पात बचावै। सतर अनेक चलावत काव, तो तन एक न लागन पावै। राखत है अपनो कर दे कर, पाप शंभु न भेट न पावै। और की बात कहा कह तो सो, सो पेट ही के पट बीच बचावै। परम सत्कारयोग साहिबे कमाल धन धन श्री कलगीधर दशमेश पातशाह जी साहिब श्री गुरु गोबिंद सिंह जी महाराज सच्चे पातशाह चबर तखत दे मालक धन धन साहिब श्री गुरु ग्रंथ साहिब जी महाराज सच्चे पातशाह तिन्हां दी निੱਘੀ गोद विच जुड़ बैठी गुरु रूप गुरु प्यारी साध संगत जीओ। वाहिगुरू जी का खालसा वाहिगुरू जी की फतेह। वडभागे हाँ जो अज अकाल पुरख सच्चे पातशाह जी की उस्तत करन अते सुनन का मौका मिलिया है। आप गुरमुख रागी सिंघां पासों अमृतमय कीर्तन गुरबाणी कीर्तन सरवण कर रहे सी। सच का भेत सानूं दिता जा रहा सीगा, क्योंकि जदों असी गुरबाणी गुरु की खोज करते हैं विचार करते हैं तो सानूं सच्चे पातशाह समझाउंदे है कि जिहड़ा मानस जामा है इसदा मनोरथ जिहड़ा है वो दूसरियां जूनां दे नालों वखरा है। महाराज जी कहते हैं गुर किरपा ते भगत कमाई, तब यह मानस देही पाई। इस देही को सिमरै देव, सो देही भज हर की सेव। भजो गोविंद भूल मत जाहो, मानस जन्म का यही ला। महाराज कहते हैं भी जिहड़ियां दूसरियां जोनां है 84 लाख जून सारी संसार दे विच अकाल पुरख सच्चे पातशाह ने प्रगट की है, पर जो मानस जामे तो अलग जोनां आ उन्हां नूं कुदरत ने सुभाविक तौर पर कर्म दे नाल बंध दिता है। माया दे देश का कर्म वो जीव करते हैं, आपदे भोजन की पूर्ति दे लई वो टहल करते हैं, आप दा परिवार दे विच रहना सौना उठना ये सारा कर्म मानस जामे तो अलावा जिन्नियां जूनां ने वो कर रही हैं, क्योंकि उस जून दे विच जिहड़ा ज्ञान है वो बहुत सीमित रखिया होया है। जो मानस जामा है इस दे विच अकाल पुरख सच्चे पातशाह ने ज्ञान का ध्यान का जिहड़ा है भंडारा खोलिया होया है। इस दे विच बेअंत ज्ञान अते ध्यान जिहड़ा है वो एकत्र किया जा सकता है। मानस जामे दे विच ही एक ऐसा लाहा है कि असी संगत दे विच आके आपे दी पहचान कर सकते हैं, उस अकाल पुरख सच्चे पातशाह जी दे नाल मिलाप कर सकते हैं। होर कोई भी दूसरी जून है उस संगत दे विच आके आप दे मन की कहानी उस अकाल पुरख सच्चे पातशाह दे विछोड़े की कहानी नूं समझ नहीं सकती। इस जामे दे विच सानूं सब तो वड्डा बल दिता होया है। गुरु साहब की किरपा दे नाल पुरबले जन्मां दे सवास दर सवास भगती इकट्ठी हुई,
ਫਿਰ ਕਿਤੇ ਜਾ ਕੇ ਇਹ ਮਾਣ ਸਜਾਵਾਂ ਮਿਲਿਆ ਸਾਨੂੰ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੇਤ ਨਾ ਹੋਣ ਕਰਕੇ, ਗੁਰੂ ਦੀ ਸ਼ਰਨ ਦੇ ਵਿੱਚ ਨਾ ਆਉਣ ਕਰਕੇ, ਗੁਰੂ ਵਾਲੇ ਨਾ ਬਣਨ ਕਰਕੇ, ਮਹਾਰਾਜ ਕਹਿੰਦੇ ਇਹ ਵੀ ਜਾਮਾ ਜਿਹੜਾ ਹੈ ਅਸੀਂ ਦੁਨਿਆਵੀ ਕਿਰਤ ਅਤੇ ਕਰਮ ਦੇ ਵਿੱਚ ਦ੍ਰਿੜ ਕਰਕੇ ਗਵਾ ਰਹੇ ਹਾਂ। ਮਹਾਰਾਜ ਕਹਿੰਦੇ ਆ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ, ਥਕ ਆਏ ਪ੍ਰਭ ਕੀ ਸ਼ਾਮ। ਹੁਣ ਕਿਰਤ ਕਿਹੜੀ ਦ੍ਰਿੜ ਕੀਤੀ ਹੈ? ਗੁਰਬਾਣੀ ਗੁਰੂ ਫੈਸਲਾ ਦਿੰਦੇ ਆ ਕਿ ਦੋ ਤਰ੍ਹਾਂ ਦੇ ਕਰਮ ਨੇ। ਮਹਾਰਾਜ ਕਹਿੰਦੇ ਆ ਕਰਮੀ ਆਪੋ ਆਪਣੀ, ਕੋ ਨੇੜੇ ਕੋ ਦੂਰ। ਇੱਕ ਐਸੇ ਕਰਮ ਹੈ ਜਿਨ੍ਹਾਂ ਨੂੰ ਕਰਕੇ ਅਕਾਲ ਪੁਰਖ ਦੇ ਨੇੜੇ ਹੋ ਜਾਈਦਾ। ਕੁਛ ਐਸੇ ਕਰਮ ਹੈ ਜਿਨ੍ਹਾਂ ਨੂੰ ਕਰਕੇ ਅਸੀਂ ਅਕਾਲ ਪੁਰਖ ਸੱਚੇ ਪਾਤਸ਼ਾਹ ਤੋਂ ਦੂਰ ਹੋ ਜਾਂਦੇ ਹਾਂ। ਹੁਣ ਕਾਰਨ ਐਸਾ ਬਣਿਆ ਹੈ ਕਿ ਆਪਾਂ ਉਹ ਕਰਮ ਦ੍ਰਿੜ ਕਰ ਲਏ ਨੇ ਜਿਨ੍ਹਾਂ ਕਰਕੇ ਅਸੀਂ ਪਰਮੇਸ਼ਰ ਤੋਂ ਨਿਤ ਪ੍ਰਤਾ ਦੂਰ ਹੁੰਦੇ ਜਾ ਰਹੇ ਹਾਂ। ਕਿਰਤ ਅਤੇ ਕਰਮ ਦਾ ਐਸਾ ਜਾਲ ਅਸੀਂ ਬੁਣ ਲਿਆ ਕਿ ਮਾਲਕ ਤੋਂ ਦਿਨ ਦਿਨ ਕਰਕੇ ਵਿਛੋੜਾ ਪੈਂਦਾ ਜਾ ਰਿਹਾ। ਉਹ ਕਰਮਾਂ ਦਾ ਵੇਰਵਾ ਦਿੰਦੇ ਨੇ ਜਿਹੜਾ ਆਪਾਂ ਦ੍ਰਿੜ ਕੀਤਾ। ਕਹਿੰਦੇ ਆ ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਸਾਡਾ ਜਿਹੜਾ ਮਨ ਹੈ ਇਸ ਨੂੰ ਇਹ 10 ਦਰਵਾਜ਼ਿਆਂ ਦਾ 10 ਘਰਾਂ ਦਾ ਸਰੀਰ ਬਣਾ ਕੇ ਦਿੱਤਾ ਹੋਇਆ। ਇਹ ਜਿਹੜਾ ਹੈ 10ਵਾਂ ਘਰ ਇਸ ਸਰੀਰ ਦੇ ਵਿੱਚ ਅਕਾਲ ਪੁਰਖ ਨੇ ਗੁਪਤ ਰੱਖਿਆ। 9 ਦਰਵਾਜ਼ੇ ਜਿਹੜੇ ਹੈ ਉਹ ਇਸ ਸਰੀਰ ਦੇ ਵਿੱਚ ਪ੍ਰਗਟ ਕਰ ਦਿੱਤੇ ਆ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਹੁਣ ਜਿਹੜਾ 10ਵਾਂ ਦੁਆਰ ਹੈ ਇਹ ਗੁਰੂ ਦੀ ਸੰਗਤ ਦੇ ਵਿੱਚ ਆ ਕੇ, ਗੁਰੂ ਦੇ ਦਰ 'ਤੇ ਆ ਕੇ ਇਸ ਦੀ ਸੋਝੀ ਆਉਣੀ ਸੀ। ਹੁਣ ਸਾਨੂੰ ਭੇਤ ਦਿੰਦੇ ਆ ਵੀ ਜਿਹੜਾ 9 ਦਰਵਾਜ਼ਿਆਂ ਦੇ ਵਿੱਚ 2 ਨੇਤਰਾਂ ਦੇ ਨਾਲ, 2 ਕੰਨਾਂ ਦੇ ਨਾਲ, ਮੁਖ ਅਤੇ ਮਲ ਮੂਤ ਇੰਦਰੀਆਂ ਦੇ ਵਿੱਚ ਸਾਡਾ ਧਿਆਨ ਇਕਾਗਰ ਹੋ ਗਿਆ, ਇਹਨਾਂ ਦੇ ਵੱਸ ਪੈ ਕੇ ਐਸੇ ਕਰਮ ਕਿਰਤ ਦ੍ਰਿੜ ਅਸੀਂ ਕਰ ਲਈਏ ਕਿ ਮਾਲਕ ਦੇ ਨਾਲ ਸਾਡਾ ਮਿਲਾਪ ਨਹੀਂ ਹੋ ਸਕਦਾ। ਕਿਉਂਕਿ ਮਹਾਰਾਜ ਕਹਿੰਦੇ ਆ ਜਿਹੜਾ ਸਰੀਰ ਹੈ ਇਹ ਇੱਕ ਵੱਖਰਾ ਆਕਾਰ ਹੈ, ਇਹ ਇੱਕ ਮਾਸ ਦਾ 5 ਤੱਤਾਂ ਦਾ ਆਕਾਰ ਹੈ। ਜੋ ਇਸ ਸਰੀਰ ਨੂੰ ਮਨ ਚਲਾ ਰਿਹਾ ਹੈ ਉਹ ਇੱਕ ਵੱਖਰਾ ਜੋਤ ਸਰੂਪੀ ਆਕਾਰ ਹੈ। ਮਹਾਰਾਜ ਕਹਿੰਦੇ ਆ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਹੈ ਜਨਮਾ। ਹੁਣ ਮਨ ਇਸ ਸਰੀਰ ਨੂੰ ਚਲਾਉਂਦਾ ਪਿਆ ਪਰ ਸਾਨੂੰ ਭੇਤ ਨਹੀਂ। ਅਸੀਂ ਆਪ ਦੇ ਆਪ ਨੂੰ ਇੱਕ ਮਾਨਸ ਸਮਝਦੇ ਹਾਂ, ਇੱਕ ਮਾਸ ਦਾ ਸਰੀਰ ਸਮਝਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਆ ਸਾਡਾ ਸਾਰਿਆਂ ਦਾ ਜਿਹੜਾ ਨਿੱਜ ਸਰੂਪ ਹੈ ਉਹ ਪ੍ਰਕਾਸ਼ ਰੂਪ ਹੈ। ਆਪਣਾ ਜੋ ਅਸਲ ਸਰੂਪ ਹੈ ਸਾਰਿਆਂ ਦਾ, ਜਿਸ ਦੀ ਜਾਣਕਾਰੀ ਲੈਣ ਲਈ ਆਪਾਂ ਮਾਨਸ ਜਾਮੇ ਦੇ ਵਿੱਚ ਆਏ ਹਾਂ, ਮਹਾਰਾਜ ਜੀ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣਾ ਅਸਲ ਸਰੂਪ ਜਿਹੜਾ ਹੈ ਉਹ ਆਪਾਂ ਪ੍ਰਕਾਸ਼ ਸਰੂਪ ਆ, ਜੋਤ ਸਰੂਪ ਆ। ਉਸੇ ਜੋਤ ਸਰੂਪ ਮਨ ਦੀ ਪਹਿਚਾਣ ਕਰਨ ਦੇ ਲਈ ਆਪਾਂ ਨੂੰ ਮਾਨਸ ਜਾਮਾ ਦਿੱਤਾ ਹੈ। ਉਹ ਪਹਿਚਾਣ ਹੋਣੀ ਹੈ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ 10ਵੇਂ ਘਰ ਦੇ ਵਿੱਚ ਬੈਠ ਕੇ। ਪਰ 10ਵੇਂ ਘਰ ਦਾ ਭੇਤ ਨਹੀਂ, ਗੁਰੂ ਦੀ ਸੰਗਤ ਦੇ ਵਿੱਚ ਅਸੀਂ ਜਾਂਦੇ ਨਹੀਂ। ਅਸੀਂ ਸਾਰਾ ਦਾ ਸਾਰਾ ਪਿਆਰ ਆਪ ਦਾ ਇਸ ਸਰੀਰ ਦੇ ਨਾਲ, ਇਹਨਾਂ 9 ਦਰਵਾਜ਼ਿਆਂ ਦੇ ਨਾਲ ਪਾ ਲਿਆ ਅਤੇ ਇਸ ਸਰੀਰ ਦੇ ਵਿੱਚ ਰਹਿੰਦਿਆਂ ਮਨ ਦੇ ਨਾਲ ਜਿਹੜੇ 5 ਦੂਤ ਸਾਡੇ ਅੰਦਰ ਵੱਸਦੇ ਆ ਉਹ ਲਗਾਤਾਰ ਸਾਨੂੰ ਵਿਚਾਰ ਫੁਰਨੇ ਦਿੱਤੀ ਜਾ ਰਹੇ ਆ।
ਮਹਾਰਾਜ ਕਹਿੰਦੇ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁਝੈ, ਕੋਈ ਨਾ ਸੁਣੈ ਪੁਕਾਰਾ। ਇਸ ਦੇਹੀ ਦੇ ਵਿੱਚ ਅਨਹਦ ਨਾਮ ਚੱਲ ਰਿਹਾ ਹੈ, ਇਸ ਦੇਹੀ ਦੇ ਵਿੱਚ ਨਾਦ ਵੱਜ ਰਿਹਾ ਹੈ, ਇਸ ਦੇਹੀ ਦੇ ਵਿੱਚ ਅਨਹਦ ਬਾਣੀ ਦਾ ਖਜ਼ਾਨਾ ਰੱਖਿਆ ਹੋਇਆ, 10ਵੇਂ ਘਰ ਦੇ ਵਿੱਚ ਅੰਮ੍ਰਿਤ ਰੱਖਿਆ ਹੋਇਆ ਹੈ। ਉਸ ਖਜ਼ਾਨੇ ਦੀ ਸਾਨੂੰ ਭੇਤ ਨਹੀਂ। ਸਾਨੂੰ ਜਿਵੇਂ ਪੰਜੇ ਦੂਤ ਵਿਚਾਰ ਦਿੰਦੇ ਆ, ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਅਸੀਂ ਜੋ ਕਰਮ ਕਰਦੇ ਹਾਂ, ਜੋ ਸਾਡਾ ਪਰਿਵਾਰਕ ਸੰਜੋਗੀ ਸਾਡੇ ਨਾਲ ਵਸਦੇ ਹੋਏ ਜੀ ਆ, ਸਾਡਾ ਦੁਨਿਆਵੀ ਪਰਿਵਾਰ ਹੈ, ਉਹਨਾਂ ਦੇ ਨਾਲ ਪਿਆਰ ਹੈ, ਉਹਨਾਂ ਦੇ ਵਿਚਾਰ ਸਾਡੇ ਮਨ ਦੇ ਵਿੱਚ ਚੱਲਦੇ ਆ, ਜਾਂ ਜੋ ਮਾਇਆ ਦੇ ਧੰਦੇ ਆ, ਇਹਨਾਂ ਦੇ ਵਿਚਾਰ ਸਾਡੇ ਮਨ ਵਿੱਚ ਚੱਲਦੇ ਆ। ਜੋ ਸਾਡੇ ਸਰੀਰ ਦੇ ਵਿੱਚ ਸੂਖਮ ਖਜ਼ਾਨਾ ਰੱਖਿਆ ਹੋਇਆ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ, ਉਹ ਸਾਨੂੰ ਨਹੀਂ ਸੁਣਦਾ, ਕਿਉਂਕਿ ਅਸੀਂ ਆਦੀ ਹੋ ਚੁੱਕੇ ਹਾਂ ਇਸ ਦੁਨਿਆਵੀ ਸਰੀਰ ਦਾ ਇਸਤੇਮਾਲ ਕਰਨ ਦੇ। ਆਪਦੇ ਜੋਤ ਸਰੂਪੀ ਮਨ ਦਾ ਨਾ ਤਾਂ ਅਸੀਂ ਆਕਾਰ ਦੇਖਿਆ, ਨਾ ਅਸੀਂ ਆਪਦੇ ਮਨ ਦੇ ਦਰਸ਼ਨ ਕੀਤੇ ਆ, ਨਾ ਆਪਦੇ ਮਨ ਦੀ ਜੋਤ ਦੀ ਪਹਿਚਾਣ ਕੀਤੀ ਹੈ। ਉੱਪਰੋਂ ਅਸੀਂ ਜਿਵੇਂ ਮਰਜ਼ੀ ਕਹਿ ਦਈਏ ਕਿ ਸਾਡਾ ਮਨ ਬਹੁਤ ਸਾਫ਼ ਹੈ, ਅਸੀਂ ਮਨੋਂ ਕਿਸੇ ਦਾ ਮਾੜਾ ਨਹੀਂ ਕਰਦੇ, ਪਰ ਮਨ ਦੇ ਦਰਸ਼ਨ ਨਹੀਂ ਕਿਸੇ ਨੇ ਕੀਤੇ। ਮਹਾਰਾਜ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਹਾਰਾਜ ਜੀ ਕਹਿੰਦੇ ਜਿਹੜਾ ਮਨ ਹੈ ਇਹ ਜੋਤ ਸਰੂਪੀ ਹੈ, ਪਰ ਦਰਸ਼ਨ ਕਿਸੇ ਨੇ ਨਹੀਂ ਕੀਤੇ। ਇਹ ਦਰਸ਼ਨ ਕੌਣ ਕਰਦੇ ਆ? ਜਿਹੜੇ ਗੁਰਮੁਖ ਸ਼ਬਦ ਦੀ ਕਮਾਈ ਕਰਕੇ ਘਾਲਣਾ ਦੇ ਦੁਆਰਾ ਆਪਦੇ ਉਸ 10ਵੇਂ ਘਰ ਦੀ ਨਿਜ ਘਰ ਦੀ ਖੋਜ ਕਰ ਲੈਂਦੇ ਆ, ਉਹ ਆਪਦੇ ਮਨ ਦੀ ਪਹਿਚਾਣ ਕਰਕੇ ਸਾਨੂੰ ਦੱਸਦੇ ਆ ਵੀ ਮਨ ਇੱਕ ਮੁਸਾਫਰ ਹੈ, ਇਸ ਸਰੀਰ ਦੇ ਵਿੱਚ ਸਵਾਸਾਂ ਦੀ ਪੂੰਜੀ ਲੈ ਕੇ, ਗਿਣਤੀ ਦੇ ਸਵਾਸ ਲੈ ਕੇ ਆਇਆ ਹੋਇਆ, ਤੇ ਜੇਕਰ ਸਵਾਸਾਂ ਦੀ ਗਿਣਤੀ ਰਹਿੰਦਿਆਂ ਇਸ ਨੇ ਨਾਮ ਦਾ ਧਨ ਪ੍ਰਾਪਤ ਨਾ ਕੀਤਾ, ਉਸ ਸੱਚ ਨੂੰ, ਉਸ ਸੱਚ ਦੀ ਖੋਜ ਨਾ ਕੀਤੀ, ਤਾਂ ਇਹ ਮਨ ਨੂੰ ਇਸ ਸਰੀਰ ਤੋਂ ਵੱਖ ਕਰਕੇ ਦੁਬਾਰਾ ਜੂਨਾਂ ਦੇ ਵਿੱਚ ਭੇਜ ਦਿੱਤਾ ਜਾਏਗਾ। ਉਹ ਸਾਨੂੰ ਸਮਝਾਉਂਦੇ ਆ ਕਿ ਜਿਹੜਾ ਮਾਨਸ ਜਾਮਾ ਹੈ, ਇਹਨੂੰ ਤੁਸੀਂ ਆਮ ਨਾ ਸਮਝਿਓ, ਇਸ ਦੇ ਵਿੱਚ ਆ ਕੇ ਤੁਸੀਂ ਅਨਹਦ ਬਾਣੀ ਦਾ ਖਜ਼ਾਨਾ ਪ੍ਰਗਟ ਕਰਨਾ ਹੈ। ਇਸ ਮਾਨਸ ਜਾਮੇ ਦੇ ਵਿੱਚ ਆ ਕੇ ਤੁਸੀਂ ਜੋਤ ਸਰੂਪੀ ਅਕਾਲ ਪੁਰਖ ਦੇ ਨਾਲ ਸੰਪਰਕ ਕਰਨਾ ਹੈ, ਤੇ ਉਸ ਕਾਰਜ ਨੂੰ ਦੇਖੋ ਤੁਸੀਂ ਕਿਵੇਂ ਪੂਰਾ ਕਰੋਗੇ। ਕਿਉਂਕਿ ਮਹਾਰਾਜ ਕਹਿੰਦੇ ਪਏ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਮਹਾਰਾਜ ਕਹਿੰਦੇ ਸਾਰਿਆਂ ਦੇ ਵਿੱਚ ਅਕਾਲ ਪੁਰਖ ਜੋਤ ਸਰੂਪੀ ਹੋ ਕੇ ਬੈਠੇ ਹੋਏ ਹੈ, ਉਹਨਾਂ ਦੀ ਜੋਤ ਦੇ ਚਾਨਣ ਦੇ ਨਾਲ ਹੀ ਇਹ ਸਾਰਾ ਸੰਸਾਰ ਚੱਲਦਾ ਪਿਆ, ਪਰ ਉਹ ਜੋਤ ਪ੍ਰਗਟ ਕਰਨ ਦਾ ਤਰੀਕਾ ਦੱਸਦੇ ਆ। ਕਹਿੰਦੇ ਆ ਗੁਰ ਸਾਖੀ ਜੋਤ ਪ੍ਰਗਟ ਹੋਏ। ਕਹਿੰਦੇ ਗੁਰੂ ਦੀ ਸਾਖੀ ਦੇ ਨਾਲ ਉਹ ਜੋਤ ਪ੍ਰਗਟ ਹੋ ਜਾਂਦੀ ਹੈ, ਤੇ ਸਾਡੇ ਮਾਨਸ ਜਾਮੇ ਦਾ ਮਨੋਰਥ ਜਿਹੜਾ ਹੈ ਉਹ ਪੂਰਾ ਹੋ ਜਾਂਦਾ ਹੈ। ਹੁਣ ਅਸੀਂ ਉਸ ਪਾਸੇ ਤਾਂ ਚੱਲ ਨਹੀਂ ਰਹੇ। ਆਪਾਂ ਜੇਕਰ ਭਗਤੀ ਵੀ ਕਰਦੇ ਪਏ ਹਾਂ ਤਾਂ ਦੁਨਿਆਵੀ ਰੂਪ ਦੇ ਵਿੱਚ ਭਗਤੀ ਕਰਦੇ ਪਏ ਹਾਂ, ਨਿਰਾਕਾਰ ਦੀ ਭਗਤੀ ਨਹੀਂ ਕਰਦੇ ਪਏ। ਅਸੀਂ ਆਕਾਰਾਂ ਦੀ ਭਗਤੀ ਕਰਦੇ ਹਾਂ। ਅਗਿਆਨਤਾ ਵਸ ਜੀਵ ਕੋਈ ਪੱਥਰਾਂ ਨੂੰ ਪੂਜਦਾ ਹੈ, ਕੋਈ ਰੁੱਖਾਂ ਬਿਰਖਾਂ ਦੀ ਪੂਜਾ ਕਰਦਾ ਹੈ, ਕੋਈ ਜਾਨਵਰਾਂ ਦੀ ਪੂਜਾ ਕਰਦਾ ਹੈ, ਮੜੀਆਂ ਮਸਾਣੀਆਂ ਦੀ ਪੂਜਾ ਕਰਦਾ ਹੈ, ਇਨਸਾਨਾਂ ਦੀ ਪੂਜਾ ਕਰਦੇ ਆ, ਪ੍ਰੇਤਾਂ ਦੀ ਪੂਜਾ ਕਰਦੇ ਆ। ਤੇ ਕਰਦੇ ਵੀ ਕਿਉਂ ਆ? ਸਿਰਫ ਤੇ ਸਿਰਫ ਜਿਹੜਾ ਸਾਡਾ ਦੁਨਿਆਵੀ ਕੋ ਕਾਰਜ ਹੈ, ਦੁਨਿਆਵੀ ਸਾਡੀ ਆਸਾ ਮਨਸਾ ਹੈ, ਉਹ ਪੂਰਨ ਹੋ ਜਾਵੇ। ਕਿਉਂਕਿ ਸੰਸਾਰ ਦੇ ਨਾਲ ਪਿਆਰ ਇੰਨਾ ਪੈ ਗਿਆ ਹੈ। ਦ੍ਰਿਸ਼ਟਮਾਨ ਜਿਹੜੇ ਕਾਰਜ ਨੇ, ਸੰਸਾਰੀ ਕਾਰਜ ਨੇ, ਇਹਨਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਮੰਨਤਾਂ ਮੰਗਦੇ ਹਾਂ, ਅਸੀਂ ਆਕਾਰਾਂ ਦੀ ਪੂਜਾ ਕਰਦੇ ਹਾਂ। ਪਰ ਜੋ ਕਾਰਜ ਚਾਰਯੁਗ ਹੋ ਗਏ, ਮਨ ਜਿਹੜਾ ਆ ਉਹ ਲਗਾਤਾਰ ਇਸ ਸਰੀਰ ਦੇ ਵਿੱਚ ਜਨਮ ਮਰਨ ਦੇ ਵਿੱਚ ਫਸਿਆ ਹੋਇਆ ਹੈ। ਉਸ ਨੇ ਆਪਦੇ ਘਰ ਵਾਪਸੀ ਨਹੀਂ ਕੀਤੀ। ਉਸ ਨਿੱਜ ਘਰ ਮਹਿਲ ਦੀ, ਜਿੱਥੇ ਬੈਠ ਕੇ ਉਸਨੇ ਸੁੱਖ ਪਾਉਣਾ ਸੀਗਾ, ਉਸ ਦੀ ਉਹਨੇ ਪਹਿਚਾਣ ਨਹੀਂ ਕੀਤੀ, ਉਧਰ ਧਿਆਨ ਨਹੀਂ ਦੇ ਰਿਹਾ।
ਤੇ ਮਹਾਰਾਜ ਜੀ ਕਹਿੰਦੇ ਵੀ ਇਹ ਕੰਮ ਤਾਂ ਜਿਹੜਾ ਪਸ਼ੂ ਵੀ ਕਰ ਲੈਂਦੇ ਆ, ਖਾ ਪੀ ਲੈਂਦੇ ਆ, ਸੌਂ ਲਿਆ, ਉੱਠ ਲਿਆ, ਆਪਦੇ ਪਰਿਵਾਰ ਦੇ ਨਾਲ ਬੈਠ ਲਿਆ। ਤੇ ਜੇ ਤੁਸੀਂ ਵੀ ਸਿਰਫ ਇਸੇ ਕਾਰਜ ਤੱਕ ਸੀਮਤ ਹਾਂ, ਤੁਸੀਂ ਆਪਦੇ ਅੰਦਰ ਦੀ ਖੋਜ ਹੀ ਨਹੀਂ ਕਰਦੇ ਪਏ, ਮਾਨਸ ਜਾਮੇ ਦਾ ਲਾਹਾ ਨਹੀਂ ਲੈਂਦੇ ਪਏ, ਤੇ ਕਹਿੰਦੇ ਤੁਹਾਡੇ ਤੇ ਪਸ਼ੂਆਂ ਦੇ ਵਿੱਚ ਫਰਕ ਕੀ ਹੈ? ਜੇ ਤੁਸੀਂ ਗੁਰਦੁਆਰੇ, ਮੰਦਰ, ਮਸਜਿਦਾਂ ਵਿੱਚ ਜਾਂਦੇ ਆ ਤਾਂ ਸਿਰਫ ਦੁਨਿਆਵੀ ਇੱਛਾਵਾਂ ਦੀ ਪੂਰਤੀ ਦੇ ਲਈ ਜਾਂਦੇ ਆ। ਜੇਕਰ ਕੋਈ ਦੁਨਿਆਵੀ ਕਾਰਜ ਰੁਕਾਵਟ ਬਣ ਗਈ, ਫਿਰ ਤਾਂ ਅਸੀਂ ਭਗਤੀ ਦਾ ਮਨ ਬਣਾ ਲੈਂਦੇ ਹਾਂ, ਸੇਵਾ ਦਾ ਮਨ ਬਣਾ ਲੈਂਦੇ ਹਾਂ। ਅਤੇ ਜੇ ਦੁਨਿਆਵੀ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ, ਫਿਰ ਨਹੀਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ। ਬਹੁਤ ਵਿਰਲੇ ਗੁਰਮੁਖ ਆ ਜਿਹੜਾ ਇਹ ਵਿਚਾਰ ਕਰਦੇ ਆ, ਜਿਹੜੇ ਇਹ ਖੋਜ ਵਸ ਸੰਗਤ ਦੇ ਵਿੱਚ ਆਉਂਦੇ ਆ ਵੀ ਅਸੀਂ ਕੌਣ ਆ, ਕਿੱਥੋਂ ਆਏ ਆ, ਅਸੀਂ ਆਪਦੇ ਘਰ ਦੇ ਵਿੱਚ ਵਾਪਸੀ ਕਿਵੇਂ ਕਰੀਏ। ਜਿਹੜੇ ਸਾਡਾ ਇਸ ਮਨ ਨੂੰ ਜਨਮ ਮਰਨ ਦਾ ਦੁੱਖ ਲੱਗਾ ਹੋਇਆ ਹੈ, ਹਉਮੈ ਦਾ ਦੁੱਖ ਲੱਗਾ ਹੋਇਆ ਹੈ, ਇਹ ਖਤਮ ਕਿਵੇਂ ਹੋਵੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਇੱਕ ਧਿਆਨ ਦਾ ਖੇਲ ਹੈ। ਇਸ ਧਿਆਨ ਦੇ ਖੇਲ ਨੂੰ ਤੁਸੀਂ ਜੇਕਰ ਸਮਝ ਗਏ ਤਾਂ ਤੁਹਾਡਾ ਜਨਮ ਮਰਨ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ। ਤੁਸੀਂ ਮਾਨਸ ਜਾਮੇ ਦਾ ਲਾਹਾ ਲੈ ਸਕਦੇ ਆ। ਜੇਕਰ ਧਿਆਨ ਦਾ ਖੇਲ ਤੁਸੀਂ ਨਾ ਸਮਝਿਆ ਤਾਂ ਤੁਸੀਂ ਇਸੇ ਤਰ੍ਹਾਂ ਹੀ ਇਸ ਭਵਜਲ, ਇਸ ਅਸਗਾਹ ਦੇ ਵਿੱਚ ਫਸੇ ਰਹੋਗੇ। ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਸਾਡੇ ਗਿਣਤੀ ਦੇ ਸਵਾਸ ਚੱਲਦੇ ਆ, ਜੇਕਰ ਮਨ ਪੰਜਾਂ ਦੂਤਾਂ ਦੇ ਨਾਲ ਰਲਿਆ ਰਿਹਾ, ਇਹਨੇ ਆਪ ਦਾ ਧਿਆਨ ਜਿਹੜਾ ਆ ਵਿਚਾਰਾਂ ਦੇ ਵਿੱਚ, ਆਕਾਰਾਂ ਦੇ ਵਿੱਚ ਲਗਾਈ ਰੱਖਿਆ ਅਤੇ ਸਵਾਸਾਂ ਦੀ ਗਿਣਤੀ ਖਤਮ ਹੋ ਗਈ, ਤਾਂ ਫਿਰ ਇਹ ਆਪਦੇ ਘਰ ਵਾਪਸੀ ਨਹੀਂ ਕਰਦਾ। ਜਿਸ ਹੱਟ 'ਤੇ ਜਿਹੜੇ ਆਕਾਰਾਂ ਅਤੇ ਵਿਚਾਰਾਂ ਦੇ ਵਿੱਚ ਇਹਨੇ ਵੱਧੋ ਵੱਧ ਸਵਾਸ ਖਰਚ ਕੀਤੇ ਆ, ਇਹ ਉਹਨਾਂ ਜੂਨਾਂ ਦੇ ਵਿੱਚ ਚਲਿਆ ਜਾਂਦਾ। ਅਤੇ ਜੇਕਰ ਮਨ ਨੇ ਸਿਮਰਨ ਕਰਕੇ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਜੋ ਸਾਡੇ ਸਰੀਰ ਦੇ ਵਿੱਚ ਖਜ਼ਾਨਾ ਰੱਖਿਆ ਹੋਇਆ, ਮਹਾਰਾਜ ਕਹਿੰਦੇ ਆ ਕਰ ਕਰ ਤਾਲ ਪਖਾਵਜ ਨੈਨੋ ਮਾਥੇ ਬਜੈ ਰਬਾਬਾ, ਕਰਨੋ ਮਦ ਬਾਂਸਰੀ ਵਾਜੈ ਜੀਹਵਾ ਧੁਨ ਅਗਾਜਾ, ਨਿਰਤ ਕਰੈ ਕਰ ਮਨੁਆ ਨਾਚੈ ਆਣੈ ਘੂੰਗਰ ਸਾਜਾ। ਜੋ ਸਾਡੇ ਅੰਦਰ ਅਨਹਦ ਸ਼ਬਦਾਂ ਦਾ ਖਜ਼ਾਨਾ ਹੈ, ਜੋ ਸਾਡੇ ਅੰਦਰ ਰਬਾਬ ਅਤੇ ਪਖਾਵਜ ਦੀ ਧੁਨ ਵੱਜ ਰਹੀ ਹੈ, ਸਾਡੇ ਅੰਦਰ ਘੁੰਗਰੂਆਂ ਦੇ ਸਾਜ਼ ਚੱਲ ਰਿਹਾ, ਜੇ ਉਹਨਾਂ ਦਾ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ ਅਤੇ ਧਿਆਨ ਅੰਦਰ ਚੱਲਦੀ ਹੋਈ ਅਨਹਦ ਬਾਣੀ ਦੇ ਵਿੱਚ ਲਗਾ ਲਿਆ, ਤੇ ਸਦੀਵੀ ਇਹ ਮੁਕਤ ਹੋ ਜਾਏਗਾ। ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆ ਕੇ ਜਦੋਂ ਦੇਖਿਆ ਇਸ ਸੰਸਾਰ ਦੇ ਵਿੱਚ ਪੂਜਾ ਤਾਂ ਉਸ ਸਮੇਂ ਵੀ ਹੋ ਰਹੀ ਸੀ, ਮੰਦਰਾਂ ਅਤੇ ਮਸਜਿਦਾਂ ਦੇ ਵਿੱਚ ਪ੍ਰਚਾਰ ਵੀ ਹੋ ਰਿਹਾ ਸੀ, ਪਰ ਨਿਰਾਕਾਰ ਦੀ ਪੂਜਾ ਨਹੀਂ, ਆਕਾਰ ਨੂੰ ਦ੍ਰਿੜ ਕੀਤਾ ਜਾ ਰਿਹਾ ਸੀ। ਵਾਰ-ਵਾਰ ਆਕਾਰ ਦੀ ਪੂਜਾ ਕੀਤੀ ਜਾ ਰਹੀ ਸੀਗੀ, ਪੱਥਰਾਂ ਦੀ ਪੂਜਾ, ਜਾਨਵਰਾਂ ਦੀ ਪੂਜਾ, ਕੋਈ ਪੁੱਠਾ ਲਮਕ ਕੇ ਪੂਜਾ ਕਰ ਰਿਹਾ ਸੀ, ਕੋਈ ਅਗਨ ਦੇ ਵਿੱਚ ਬੈਠ ਕੇ, ਕੋਈ ਪਾਣੀ ਦੇ ਵਿੱਚ ਬੈਠ ਕੇ, ਕੋਈ ਪਹਾੜਾਂ 'ਤੇ ਜਾ ਕੇ। ਸੱਚੇ ਪਾਤਸ਼ਾਹ ਨੇ ਜਿਹੜਾ ਆ ਨਿਰਾਕਾਰ ਦੀ ਪੂਜਾ ਦਾ, ਨਾਦ ਦੀ ਪੂਜਾ ਦਾ ਭੇਤ ਦਿੱਤਾ ਕਿ ਜਿਸ ਨੂੰ ਅਸੀਂ ਬਾਹਰ ਲੱਭਦੇ ਫਿਰਦੇ ਹਾਂ, ਜਿਹਨੂੰ ਕਹਿੰਦੇ ਕਬੀਰ ਰਾਮ ਕਹਿਨ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੇ ਕਹੈ ਸੋਈ ਕੌਤ ਕਹਾਰ। ਉਹਨਾਂ ਸਾਨੂੰ ਦੱਸਿਆ ਵੀ ਇਹ ਜਿਹੜਾ ਰਾਮ ਰਾਮ ਜਪਣ ਦੇ ਵਿੱਚ, ਵਾਹਿਗੁਰੂ ਜਪਣ ਦੇ ਵਿੱਚ ਵੀ ਭੇਤ ਹੈ। ਜੇ ਇਹੀ ਸਿਮਰਨ ਤੁਸੀਂ ਆਕਾਰਾਂ ਦੇ ਵਿੱਚ ਧਿਆਨ ਧਰ ਕੇ ਕਰਦੇ ਆ, ਮਾਇਆ ਦੀ ਪੂਜਾ ਦੇ ਵਿੱਚ ਕਰਦੇ ਆ, ਤਾਂ ਇਸ ਸਿਮਰਨ ਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੋਣੀ। ਜਿਵੇਂ ਅਸੀਂ ਦਿਨ ਰਾਤ ਚਾਹੇ ਬਾਣੀ ਪੜ੍ਹਦੇ ਰਹੀਏ, ਦਿਨ ਰਾਤ ਚਾਹੇ ਅਸੀਂ ਮਾਲਾ ਫੇਰਦੇ ਰਹੀਏ, ਜੇ ਸਾਨੂੰ ਭੇਤ ਹੀ ਨਹੀਂ ਹੈਗਾ ਕਿ ਸਾਨੂੰ ਪੰਜਾਂ ਦੂਤਾਂ ਦੇ ਵਿੱਚੋਂ ਅਸੀਂ ਨਿਕਲਣਾ ਕਿਵੇਂ ਆ ਬਾਹਰ, ਜੇ ਸਾਨੂੰ ਭੇਤ ਹੀ ਨਹੀਂ ਹੈਗਾ ਵੀ ਅਸੀਂ ਤਾਂ ਗੁਰਬਾਣੀ ਪੜ੍ਹ ਕੇ ਆਪਦੇ ਸਰੀਰ ਦੀ ਖੋਜ ਕਰਨੀ ਆ, ਜੇ ਅਸੀਂ ਵੈਸੇ ਹੱਠ ਕਰ ਰਹੇ ਹਾਂ, ਜ਼ੋਰ ਲਾ ਰਹੇ ਹਾਂ, ਤੇ ਉਸ ਦਾ ਲਾਹਾ ਸਾਨੂੰ ਕੀ ਮਿਲੇਗਾ। ਕਿਉਂਕਿ ਮਹਾਰਾਜ ਕਹਿੰਦੇ ਵੀ ਆਪਾਂ ਤਾਂ ਪ੍ਰਾਪਤੀ ਕਰਨੀ ਆ ਅੰਮ੍ਰਿਤ ਰਸ ਦੀ, ਅੰਤਰ ਖੂੰਟਾ ਅੰਮ੍ਰਿਤ ਭਰਿਆ ਸਭ ਦੇ ਕਾਢ ਪੀਐ ਪਨਿਹਾਰੀ। ਵੀ ਸਾਡੀ ਦੇਹੀ ਦੇ ਵਿੱਚ ਅੰਮ੍ਰਿਤ ਦਾ ਖੂਹ ਭਰਿਆ ਹੋਇਆ, ਸ਼ਬਦ ਦੁਆਰਾ ਕੱਢ ਕੇ
ਤੁਸੀਂ ਜਿੰਨਾ ਮਰਜ਼ੀ ਪੀ ਲਓ। ਤੇ ਮਹਾਰਾਜ ਕਹਿੰਦੇ ਜੇ ਉਹ ਅੰਮ੍ਰਿਤ ਰਸ ਦੀ ਪ੍ਰਾਪਤੀ ਨਹੀਂ, ਜਿੰਨੀ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਤੇ ਭਾਗਾਂ ਤੋਂ ਹੀਣੇ ਹੋ ਕੇ ਸਾਨੂੰ ਜਮਾਂ ਨੇ ਕੁੱਟਣਾ ਹੀ ਆ। ਅਸੀਂ ਸਾਰਿਆਂ ਨੇ ਨਿਰਾਕਾਰ ਦੀ ਪੂਜਾ ਕਰਨੀ ਆ, ਉਹ ਨਿਰਾਕਾਰ ਦੀ ਪੂਜਾ ਜਿਸ ਦਾ ਭੇਤ ਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤਾ ਹੈ, ਜਿਸ ਦੀ ਖੋਜ ਕਰਨ ਦੇ ਲਈ ਕਿਸੇ ਬਾਹਰ ਮੰਦਰ ਮਸਜਿਦ ਦੇ ਵਿੱਚ ਨਹੀਂ ਜਾਣਾ ਪੈਂਦਾ, ਜਿਸ ਦੀ ਖੋਜ ਕਰਨ ਦੇ ਲਈ ਕਿਸੇ ਰੁੱਖ ਬਿਰਖ ਜਾਨਵਰ ਦੀ ਪੂਜਾ ਨਹੀਂ ਕਰਨੀ ਪੈਂਦੀ, ਸਿਰਫ ਲਿਵ ਅਤੇ ਸੁਰਤ ਦਾ ਮਾਰਗ ਹੈ। ਮਹਾਰਾਜ ਕਹਿੰਦੇ ਉਹ ਪ੍ਰਕਾਸ਼ ਸਾਡੀ ਦੇਹੀ ਦੇ 10ਵੇਂ ਘਰ ਦੇ ਵਿੱਚ ਮਾਲਕ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤਾ ਹੈ। ਕਹਿੰਦੇ ਆ ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰੈ ਭਵਨ ਧਣੀ, ਪੰਚ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਖ ਘਣ ਗਾਜੇ। ਮਹਾਰਾਜ ਕਹਿੰਦੇ ਜਿਹੜਾ ਸਾਡੇ ਸਰੀਰ ਦਾ ਮਸਤਕ ਹੈ, ਇਸ ਮਸਤਕ ਦੇ ਪਦਮ ਦੇ ਵਿੱਚ ਮਣੀ ਰੱਖੀ ਹੋਈ ਹੈ। ਮਸਤਕ ਪਦਮ ਦੁਆਲੇ ਮਣੀ, ਕਹਿੰਦੇ ਉਸ ਮਣੀ ਦੇ ਪ੍ਰਕਾਸ਼ ਦੇ ਵਿੱਚ ਮਾਹੇ ਨਿਰੰਜਨ ਤ੍ਰੈ ਭਵਨ ਧਣੀ, ਸਾਡੇ ਮਸਤਕ ਦੇ ਪਦਮ ਦੇ ਵਿੱਚ ਉਹ ਜੋਤ ਸਰੂਪੀ ਮਾਲਕ ਆਸਣ ਲਾ ਕੇ ਬੈਠੇ ਹੋਏ ਹੈ। ਉੱਥੇ ਪੰਜਾਂ ਸ਼ਬਦਾਂ ਦੀ ਧਨਕਾਰ ਵੱਜਦੀ ਪਈ ਹੈ। ਪੰਜ ਸ਼ਬਦ ਨਿਰਮਾਇਲ ਵਾਜੇ, ਢੁਲਕੀ ਚਵਰ ਸੰਖ ਘਣ ਗਾਜੇ। ਜਦੋਂ ਕੋਈ ਸ਼ਬਦ ਸੁਰਤੀ ਦਾ ਮੇਲ ਕਰਕੇ, ਕਿਉਂਕਿ ਮਹਾਰਾਜ ਨੇ ਸ਼ਬਦ ਨੂੰ ਗੁਰੂ ਕਿਹਾ, ਸੁਰਤ ਨੂੰ ਉਸ ਦਾ ਚੇਲਾ ਕਿਹਾ ਹੈ। ਜਦੋਂ ਸ਼ਬਦ ਦੇ ਨਾਲ ਸੁਰਤੀ ਲਗਾ ਕੇ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਸ਼ਬਦ ਨੂੰ ਗੁਰੂ ਕਿਵੇਂ ਬਣਾਉਣਾ ਹੈ? ਮਹਾਰਾਜ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ। ਸ਼ਬਦ ਗੁਰੂ ਬਣੇਗਾ ਜਦੋਂ ਅਸੀਂ ਮੁਖੋਂ ਸ਼ਬਦ ਦਾ ਉਚਾਰਨ ਕਰਦੇ ਹਾਂ, ਆਪ ਦੀ ਆਵਾਜ਼ ਨੂੰ ਆਪ ਦੀ ਸੁਰਤੀ ਦੁਆਰਾ, ਧਿਆਨ ਦੁਆਰਾ, ਇਕਾਗਰਤਾ ਦੇ ਨਾਲ ਸੁਣਦੇ ਹਾਂ, ਉਦੋਂ ਸ਼ਬਦ ਸਾਡਾ ਗੁਰੂ ਹੁੰਦਾ ਹੈ। ਜਦੋਂ ਮੁਖੋਂ ਅਸੀਂ ਵਾਹਿਗੁਰੂ ਦਾ ਉਚਾਰਨ ਕਰ ਰਹੇ ਹਾਂ, ਵਾਹਿਗੁਰੂ ਵਾਹਿਗੁਰੂ, ਆਪ ਦੀ ਆਵਾਜ਼ ਨੂੰ ਬੜੇ ਪਿਆਰ ਨਾਲ ਸੁਣ ਰਹੇ ਹੈ, ਨੇਤਰ ਬੰਦ ਕਰਕੇ ਅੰਤਰਮੁਖੀ ਹੋ ਕੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ ਦੇ ਵਾਕਾਂ ਦੇ ਅਨੁਸਾਰ, ਆਪ ਦੀ ਆਵਾਜ਼ ਦੇ ਵਿੱਚ ਧਿਆਨ ਧਰ ਕੇ ਜਦੋਂ ਅਸੀਂ ਪੂਰਾ ਇਕਾਗਰਤਾ ਦੇ ਵਿੱਚ ਸ਼ਬਦ ਨੂੰ ਸੁਣਦੇ ਹਾਂ, ਉਦੋਂ ਸਾਡੀ ਸੁਰਤੀ ਉਸ ਸ਼ਬਦ ਦਾ ਚੇਲਾ ਬਣਦੀ ਹੈ। ਜਿਵੇਂ ਜਿਵੇਂ ਸ਼ਬਦ ਦੇ ਜਾਪ ਦੇ ਵਿੱਚ ਸੁਰਤੀ ਖੁੱਭਦੀ ਜਾਂਦੀ ਹੈ, ਤਾਂ ਸ਼ਬਦ ਦੇ ਵਿੱਚ ਮਾਲਕ ਨੇ ਸ਼ਕਤੀ ਰੱਖੀ ਹੈ। ਸ਼ਬਦ ਆਪ ਦੀ ਉਸ ਤਾਕਤ ਦੇ ਨਾਲ ਸਾਡੀ ਸੁਰਤੀ ਨੂੰ ਇਸ ਸਰੀਰ ਤੋਂ ਵੱਖ ਕਰ ਲੈਂਦਾ ਹੈ, ਇਹਨਾਂ 9 ਦਰਵਾਜ਼ਿਆਂ ਤੋਂ ਉੱਪਰ ਉਠਾ ਲੈਂਦਾ ਹੈ। ਤੇ ਜਿਹੜੇ ਮਹਾਰਾਜ ਨੇ ਵਾਕ ਕੀਤੇ ਨੇ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਿਵ ਨਿਧ, ਜਿਸ ਦਾ ਅੰਤ ਨਾ ਜਾਈ ਪਾਇਆ। ਉਸ ਅਵਸਥਾ ਦੇ ਵਿੱਚ ਚਲਿਆ ਜਾਂਦਾ ਹੈ। ਪਰ ਜਿਨ੍ਹਾਂ ਨੂੰ ਸ਼ਬਦ ਗੁਰੂ ਦਾ ਭੇਤ ਨਹੀਂ, ਅਸੀਂ ਬਾਹਰ ਓਨੀ ਦੇਰ ਤੱਕ ਦ੍ਰਿਸ਼ਟਮਾਨ ਦੇ ਵਿੱਚ ਪੂਜਾ ਕਰਦੇ ਰਹਿੰਦੇ ਹਾਂ, ਮੜੀ ਮਸਾਣੀ ਦੇ ਵਿੱਚ ਪੱਥਰਾਂ ਦੀ ਪੂਜਾ, ਜਾਨਵਰਾਂ ਦੀ ਪੂਜਾ, ਇਨਸਾਨਾਂ ਦੀ ਪੂਜਾ। ਜਿਹੜੇ ਮਹਾਰਾਜ ਕਹਿੰਦੇ ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੁਪਤ ਰਾਜਾ। ਜਿਹੜਾ ਪਰਮੇਸ਼ਰ ਸਾਡੇ ਮਸਤਕ ਦੇ ਉੱਪਰ ਬੜੀ ਨੇੜੇ ਨਜ਼ਦੀਕ ਹੋ ਕੇ ਬੈਠੇ, ਮਹਾਰਾਜ ਕਹਿੰਦੇ ਪ੍ਰਕਾਸ਼ ਵੀ ਐਸਾ ਹੈ ਵੀ ਕਿਸੇ ਰੰਗ ਦੇ ਵਿੱਚ ਨਹੀਂ। ਕਹਿੰਦੇ ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਹਿ ਗੁਣ ਤੇ ਪ੍ਰਭ ਪਿੰਨ, ਤਿਸਹਿ ਬੁਝਾਵੈ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਹੁਣ ਗੁਰੂ ਨਾਨਕ ਦੇਵ ਦੇ ਸ਼ਰਨ ਦੇ ਵਿੱਚ ਜੋ ਵੀ ਗੁਰਮੁਖ ਆਉਂਦੇ, ਜੋ ਆਕਾਰਾਂ ਦੀ ਪੂਜਾ, ਜਾਤ ਪਾਤ ਮਜ਼ਹਬ ਤੋਂ ਉੱਪਰ ਉੱਠ ਕੇ ਥੱਕ ਚੁੱਕੇ ਸੀਗੇ ਇਹਨਾਂ ਖਿਆਲਾਂ ਦੇ ਵਿੱਚ ਰਹਿ ਕੇ, ਮਹਾਰਾਜ ਉਸ ਨੂੰ ਸ਼ਬਦ ਗੁਰੂ ਦਾ ਅਭਿਆਸ ਕਰਵਾ ਕੇ ਸ਼ਬਦ ਦੇ ਨਾਲ ਉਸ ਦਾ ਜਾਪ ਕਰਾਉਂਦੇ ਕਰਾਉਂਦੇ ਸੁਰਤੀ ਨੂੰ ਇੰਨੀ ਸਹਿਜ ਦੇ ਵਿੱਚ ਲੈ ਜਾਂਦੇ, ਇੰਨੀ ਇਕਾਗਰਤਾ ਦੇ ਵਿੱਚ ਲੈ ਜਾਂਦੇ ਕਿ ਜਿੱਥੇ ਜਾ ਕੇ ਉਹ ਜੀਵ ਆਪ ਦੀ ਸੁੱਧ ਬੁੱਧ ਭੁੱਲ ਜਾਂਦਾ। ਜਿੱਥੇ ਜਾ ਕੇ ਉਹਨਾਂ ਨੂੰ ਇਹ ਨਾ ਪਤਾ ਰਹਿੰਦਾ ਕਿ ਅਸੀਂ ਹਿੰਦੂ ਹੈ, ਅਸੀਂ ਮੁਸਲਮਾਨ ਹੈ,
ਮੈਂ ਇਨਸਾਨ ਹਾਂ, ਮੈਂ ਮਰਦ ਹਾਂ ਕਿ ਔਰਤ ਹਾਂ। ਕਿਉਂਕਿ ਜਿਵੇਂ ਜਿਵੇਂ ਗੁਰਮੰਤਰ ਦਾ ਅਸੀਂ ਅਭਿਆਸ ਕਰਦੇ ਜਾਂਦੇ ਹਾਂ ਨਾ ਗੁਰਮੁਖੋ, ਜਦੋਂ ਸ਼ਬਦ ਦੀ ਆਵਾਜ਼ ਦੇ ਵਿੱਚ ਸ਼ਬਦ ਦਾ ਉਚਾਰਨ ਹੁੰਦਾ ਜਾਂਦਾ ਹੈ, ਸ਼ਬਦ ਦੀ ਆਵਾਜ਼ ਦੇ ਵਿੱਚ ਸਾਡੀ ਸੁਰਤੀ ਲੱਗਦੀ ਜਾਂਦੀ ਹੈ, ਸਾਡੀ ਜਿਹੜੀ ਦੁਨਿਆਵੀ ਸੁੱਧ ਬੁੱਧ ਹੈ ਇਹ ਖਤਮ ਹੁੰਦੀ ਜਾਂਦੀ ਹੈ। ਜਿਸ ਨੂੰ ਗੁਰਮਤਿ ਵਿੱਚ ਕਿਹਾ ਜਾਂਦਾ ਵੀ 9 ਦਰਾਂ ਤੋਂ ਸੁਰਤੀ ਉੱਪਰ ਉੱਠਦੀ ਜਾਂਦੀ ਹੈ। 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ ਆ। ਮਹਾਰਾਜ ਨੇ ਜਿਹੜਾ ਭੇਤ ਦਿੱਤਾ ਕਿ ਬਾਹਰੋਂ ਜੀਵ ਦਾ ਸਾਰੇ ਪਾਸੋਂ ਧਿਆਨ ਹਟਾ ਕੇ ਸ਼ਬਦ ਗੁਰੂ ਦੀ ਪੂਜਾ ਦੇ ਵਿੱਚ ਲਗਾਇਆ। ਜਿਵੇਂ ਜਿਵੇਂ ਗੁਰਮੁਖ ਜਾਪ ਜਪਦੇ ਜਾਂਦੇ, ਹੌਲੀ 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 ਜਿਹੜੇ ਗੁਰਮੁਖ ਅਭਿਆਸ ਕਰਦੇ ਆ ਉਹਨਾਂ ਨੂੰ ਪਤਾ ਹੈ, ਜਦੋਂ ਮੁੱਖੋਂ ਸ਼ਬਦ ਦਾ ਉਚਾਰਨ ਸ਼ੁਰੂ ਕਰੀਏ, ਬੋਲਦਿਆਂ 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 ਜਿਹੜਾ ਬਾਹਰ ਦੀ ਆਵਾਜ਼ਾਂ ਨੇ ਆਉਣੀਆਂ ਬੰਦ ਹੋ ਗਈਆਂ, ਹੌਲੀ ਹੌਲੀ ਸਰੀਰ ਮਹਿਸੂਸ ਹੋਣਾ ਬੰਦ ਹੋ ਗਿਆ, ਅਤੇ ਜਿਹੜੀ ਸਾਡੀ ਸੁਰਤ ਬਾਹਰ ਮੁਖੀ ਤੋਂ ਅੰਤਰਮੁਖੀ ਹੋ ਜਾਂਦੀ ਹੈ, ਆਤਮ ਮੁਖੀ ਹੋ ਜਾਂਦੀ ਹੈ। ਹੁਣ ਜਿਵੇਂ ਜਿਵੇਂ ਸ਼ਬਦ ਦਾ ਅਭਿਆਸ ਕਰਦੇ ਜਾਂਦੇ, ਬਾਹਰੀ ਸੁੱਧ ਬੁੱਧ ਤੋਂ ਉੱਪਰ ਉੱਠ ਕੇ ਉਹਨਾਂ ਦੀ ਸੁਰਤੀ ਉੱਥੇ ਚਲੀ ਜਾਂਦੀ ਜਿਸ ਨੂੰ ਕਹਿੰਦੇ ਨੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ 10ਵੇਂ ਆਕਾਸ਼। 10ਵੇਂ ਆਕਾਸ਼ ਦੇ ਵਿੱਚ ਸੁਰਤੀ ਜਾਂਦੀ, ਜਿੱਥੇ ਸਾਡੇ ਅੰਤਰਗਤ ਲਗਾਤਾਰ ਅਨਹਦ ਵਾਜੇ ਵੱਜ ਰਹੇ ਆ, ਰਾਗ ਨਾਦ ਧੁਨਾਂ ਵੱਜ ਰਹੀਆਂ ਬਿਨਾਂ ਕਿਸੇ ਦੇ ਵਜਾਇਆ, ਜਿਹਨੂੰ ਮਹਾਰਾਜ ਕਹਿੰਦੇ ਆ ਤੇਰਾ ਜਨ ਨਿਰਤ ਕਰੈ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ। ਹੁਣ ਉਹ ਸਿਰਫ ਬਾਹਰੀ ਤੌਰ 'ਤੇ ਕੀਰਤਨ ਸੁਣਦੇ ਸੀ, ਬਾਹਰੀ ਤੌਰ 'ਤੇ ਗਿਆਨ ਸੁਣਦੇ ਸੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ, ਉਹ ਸ਼ਬਦ ਦਾ ਅਭਿਆਸ ਕਰਵਾ ਕੇ ਉਸ ਅੰਤਰਗਤ ਅਨਾਹਦ ਬਾਣੀ ਦੇ ਕੀਰਤਨ ਦੇ ਵਿੱਚ ਲੈ ਜਾਂਦੇ, ਜਿਹੜਾ ਬਾਹਰ ਸੰਸਾਰ ਦੇ ਵਿੱਚ ਕਦੇ ਵੀ ਕਿਸੇ ਜੀਵ ਨੇ ਪਹਿਲਾਂ ਸੁਣਿਆ ਨਹੀਂ ਸੀ। ਉਹ ਜਦੋਂ ਜੀਵ ਇਸ ਅਵਸਥਾ ਦਾ ਆਨੰਦ ਮਾਣਦੇ, ਅੰਦਰ ਉਹਨਾਂ ਪ੍ਰਕਾਸ਼ ਦੇ ਸੋਮਿਆਂ ਦੇ ਵਿੱਚ ਜਾਂਦੇ, ਅਤੇ ਉਹਨਾਂ ਮਹਿਸੂਸ ਕੀਤਾ ਵੀ ਜਿਹੜਾ ਇਹ ਅਵਤਾਰੀ ਪੁਰਖ ਹੈ ਇਹ ਸੰਸਾਰ ਤੋਂ ਕੋਈ ਵੱਖਰੀ ਗੱਲ ਕਰ ਰਿਹਾ। ਉਹਨਾਂ ਇਹ ਮਹਿਸੂਸ ਕੀਤਾ ਕਿ ਵੀ ਅੱਜ ਤੱਕ ਤਾਂ ਬਾਹਰੀ ਤੌਰ 'ਤੇ ਕਿਤੇ ਪੱਥਰ ਨੂੰ ਇਸ਼ਨਾਨ ਕਰਵਾ ਲਿਆ, ਕਿਤੇ ਮੜੀਆਂ ਮਸਾਣੀਆਂ 'ਤੇ ਜਾ ਕੇ ਚਿਰਾਗ ਬਾਲ ਲਏ, ਕਿਤੇ ਜਾਨਵਰਾਂ ਦੀ ਪੂਜਾ ਕਰ ਲਈ, ਵੀ ਆਹ ਕਹਾਣੀ ਕਿ ਇਸ ਸਰੀਰ ਦੇ ਵਿੱਚ ਸਾਜ਼ਾਂ ਦੀ ਆਵਾਜ਼ ਸ਼ੁਰੂ ਹੋ ਜਾਣੀ, ਇਸ ਸਰੀਰ ਦੇ ਵਿੱਚ ਹੀ ਲੱਖਾਂ ਸੂਰਜਾਂ ਦਾ ਪ੍ਰਕਾਸ਼ ਸ਼ੁਰੂ ਹੋ ਜਾਣਾ, ਇਹ ਪਹਿਲੀ ਵਾਰ ਹੈ। ਹੁਣ ਜਦੋਂ ਭੇਤ ਲੈਂਦੇ ਤੇ ਮਹਾਰਾਜ ਕਹਿੰਦੇ ਇਹੀ ਹੈ ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਇਹੀ ਤਾਂ ਤੁਹਾਡੇ ਅੰਦਰ ਬੈਠਾ ਉਹ ਵਸਦਾ ਪਿਆ, ਪਰ ਤੁਸੀਂ ਅੰਦਰ ਦੀ ਖੋਜ ਦੀ ਬਜਾਏ ਬਾਹਰ ਤੁਸੀਂ ਲੱਭਦੇ ਫਿਰਦੇ ਆ, ਇਸੇ ਕਰਕੇ ਤੁਹਾਨੂੰ ਪ੍ਰਾਪਤੀ ਨਹੀਂ ਹੋ ਰਹੀ। ਪਰਮੇਸ਼ਰ ਤਾਂ ਘਰ ਦੇ ਵਿੱਚ ਹੈ। ਹੁਣ ਘਰ ਦੇ ਵਿੱਚ ਜੋ ਉਸ ਅਕਾਲ ਪੁਰਖ ਦੇ ਘਰ ਦੀ ਪਹਿਚਾਣ ਕਰਾਉਂਦਾ ਉਹ ਸਤਿਗੁਰ ਹੈ, ਜਿਸ ਨੂੰ ਕਹਿੰਦੇ ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ, ਪੰਜ ਸ਼ਬਦ ਧੁਨਕਾਰ, ਧੁਨ ਤਹਿ ਵਾਜੈ ਸ਼ਬਦ ਨਿਸ਼ਾਨ। ਸਤਿਗੁਰ ਦੇ ਕੋਲ ਸਮਰੱਥਾ ਹੈ ਜੋ ਸਾਡੇ ਇਸ ਸਰੀਰ ਰੂਪੀ ਘਰ ਦੇ ਵਿੱਚ ਉਸ ਮਾਲਕ ਦੇ ਘਰ ਦੀ ਪਹਿਚਾਣ ਕਰਾਉਂਦੇ ਆ, ਜਿੱਥੇ ਪੰਜ ਸ਼ਬਦ ਧੁਨਕਾਰ, ਧੁਨ ਤਹਿ ਵਾਜੈ ਸ਼ਬਦ ਨਿਸ਼ਾਨ ਦੀ ਅਵਸਥਾ ਹੈ। ਇਸ ਨਿਰਾਕਾਰ ਦੀ ਪੂਜਾ ਤੋਂ ਕਹਾਣੀ ਸ਼ੁਰੂ ਹੋਈ, ਜੀਵ ਬਾਹਰ ਮੁਖੀ ਤੋਂ ਅੰਤਰਮੁਖੀ ਹੁੰਦਾ ਗਿਆ, ਸਿੱਖੀ ਦਾ ਖੇਲ ਸ਼ੁਰੂ ਹੋਣ ਲੱਗਾ। ਖਾਲਸਾ ਜੋ ਹੈ ਉਹ ਸੱਚੇ ਪਾਤਸ਼ਾਹ ਨੇ ਪ੍ਰੇਮਾ ਭਗਤੀ ਤੋਂ ਪ੍ਰਗਟ ਕੀਤਾ। ਮਹਾਰਾਜ ਕਹਿੰਦੇ ਪਰਿਓ ਕਾਲ ਸਭੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਹੁਣ ਗੁਰਬਾਣੀ ਗੁਰੂ ਦੇ ਵਿੱਚ ਖਾਲਸਾ ਸ਼ਬਦ ਆਉਂਦਾ ਹੈ, ਕਹਿੰਦੇ ਖਾਲਸਾ ਉਹ ਹੈ ਜਿਹਨੇ ਪ੍ਰੇਮ ਭਗਤੀ ਬੁੱਝ ਲਈ ਹੈ, ਜਿਹਨੇ ਸ਼ਬਦ ਦਾ ਅਭਿਆਸ ਕਰਕੇ ਅੰਦਰ ਅਖੁੱਟ ਭੰਡਾਰ ਨੂੰ ਪ੍ਰਗਟ ਕਰ ਲਿਆ। ਹੁਣ ਜਿਵੇਂ ਜਿਵੇਂ ਇਹ ਗੱਲ ਸੰਸਾਰ ਦੇ ਵਿੱਚ ਫੈਲਣ ਲੱਗੀ ਪਈ, ਇਹ ਕਿਸੇ ਬਾਹਰੀ ਦਿਖਾਵੇ ਦੇ ਨਾਲ, ਕਿਸੇ ਇਮਾਰਤ ਦੇ ਨਾਲ, ਕਿਸੇ ਆਕਾਰ ਦੇ ਨਾਲ, ਪੱਥਰ ਦੇ ਨਾਲ ਨਹੀਂ ਜੋੜਦੇ।
ਇਹ ਐਸੇ ਅਵਤਾਰੀ ਪੁਰਖ ਨੇ ਜੋ ਇਸ ਸਰੀਰ ਦੇ ਵਿੱਚ ਹੀ ਬੈਠੇ ਹੋਏ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਆ। ਜੋ ਇਸ ਸਰੀਰ ਦੇ ਵਿੱਚ ਪ੍ਰਗਟ ਜੋਤ ਹੈ ਉਸ ਦੇ ਨਾਲ ਜਾ ਕੇ ਲਿਵ ਜੋੜ ਦਿੰਦੇ ਆ, ਤੇ ਸੰਸਾਰ ਦੇ ਵਿੱਚ ਜਿਹੜੀ ਆ ਉਹ ਇੱਕ ਚਾਅ ਵਧਣ ਲੱਗਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੰਗ ਕਰਨ ਲੱਗੇ। ਹੁਣ ਜਿਹੜੇ ਅਗਿਆਨੀ ਅਸੰਤ ਸੀ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਅਨਹਦ ਬਾਣੀ ਦੀ ਅੰਦਰ ਜੋ ਦੇਹੀ ਦੇ ਵਿੱਚ ਅੰਮ੍ਰਿਤ ਰਸ ਹੈ ਉਸ ਦੀ ਖੇਲ ਦਾ ਪਤਾ ਨਹੀਂ ਸੀ। ਉਹ ਤਾਂ ਬਾਹਰੀ ਤੌਰ 'ਤੇ ਮਾਲਾ ਫਰਾ ਦਿੰਦੇ ਜਾਂ ਗ੍ਰਸਤ ਤੋਂ ਵੱਖਰਾ ਕਰ ਦਿੰਦੇ ਜਾਂ ਸਰੀਰ ਦੇ ਉੱਪਰ ਤਸੀਹੇ ਦਿੰਦੇ। ਉਹਨਾਂ ਨੇ ਗੁਰੂ ਨਾਨਕ ਦੇ ਘਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜੇ ਮਹਾਰਾਜ ਜੋਗੀਆਂ ਦੇ ਪਾਸ ਜਾਂਦੇ ਆ ਉਹਨਾਂ ਨੂੰ ਵੀ ਉਪਦੇਸ਼ ਕਰ ਰਹੇ ਆ, ਸਿੱਧਾਂ ਪਾਸ ਜਾਂਦੇ ਆ ਉਹਨਾਂ ਨੂੰ ਵੀ ਉਪਦੇਸ਼ ਕਰ ਰਹੇ ਆ। ਚਾਰੇ ਵਰਨਾਂ ਦੇ ਨਾਲ ਉਹਨਾਂ ਨੇ ਸਾਂਝੀਵਾਲਤਾ ਦੀ ਗੱਲ ਕੀਤੀ। ਕੱਲਾ ਭਾਰਤ ਵਰਸ਼ ਦੇ ਵਿੱਚ ਨਹੀਂ, ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਜਿਹੜੇ ਵੀ ਗੁਰਮੁਖ ਅਭਿਆਸ ਦੇ ਵਿੱਚ ਭਗਤੀ ਦੇ ਵਿੱਚ ਕੋਈ ਰੁਚੀ ਰੱਖਦੇ ਸੀ, ਚਾਉ ਰੱਖਦੇ ਸੀ, ਉਹ ਸ਼ਬਦ ਦਾ ਅਭਿਆਸ ਕਰਾ ਕੇ ਉਹਨਾਂ ਨੂੰ ਅੰਤਰਮੁਖੀ ਕਰ ਦਿੰਦੇ, ਅੰਤਰ ਸੱਚ ਨਾਮ ਪ੍ਰਕਾਸ਼ ਦੇ ਨਾਲ ਜੋੜ ਦਿੰਦੇ, ਤੇ ਉਸ ਨੂੰ ਨਾਮ ਦਿੱਤਾ ਸਿੱਖ। ਵੀ ਇਸ ਨੇ ਆਪ ਦੇ ਅੰਦਰ ਦੀ ਖੋਜ ਦੀ, ਆਪ ਨੂੰ ਅੰਦਰ ਕਿਵੇਂ ਖੋਜਣਾ ਉਹ ਸਿੱਖਿਆ ਲੈ ਲਈ ਹੈ, ਤੇ ਉਹ ਬਾਹਰੀ ਤੌਰ 'ਤੇ ਵੀ ਨਿਰਾਕਾਰ ਅਕਾਲ ਪੁਰਖ ਬ੍ਰਹਮ ਦੀ ਕਹਾਣੀ ਕਰਨ ਲੱਗੇ। ਹੁਣ ਉਹ ਕਹਾਣੀ ਦਾ ਖਜ਼ਾਨਾ ਜਿਹੜਾ ਹੈ ਅੱਗੇ 9 ਪਾਤਸ਼ਾਹੀਆਂ ਹੋਰ ਹੋਈਆਂ, 10 ਪਾਤਸ਼ਾਹੀਆਂ ਨੇ ਵਰਤਾਇਆ, ਤੇ ਉਹਨਾਂ ਨੇ ਇੱਕ ਲੰਬੀ ਸੋਚ ਰੱਖਦਿਆਂ ਹੋਇਆ ਕਿ ਕਲਯੁਗ ਦੇ ਵਿੱਚ ਵੀ ਸਾਡੇ ਜਿਹੜੇ ਸੰਜੋਗੀ ਪ੍ਰਗਟ ਹੋਣਗੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਭਗਤਾਂ ਨੇ ਪ੍ਰਗਟ ਹੋਣਾ ਹੈ, ਤੇ ਕਿਤੇ ਉਹ ਵੀ ਇਸ ਤਰ੍ਹਾਂ ਕਾਲ ਦੇ ਵਸ ਪੈ ਕੇ, ਮਾਇਆ ਦੇ ਵਸ ਪੈ ਕੇ ਕਿਤੇ ਭਰਮ ਦੇ ਵਿੱਚ ਨਾ ਪੈ ਜਾਣ, ਆਕਾਰਾਂ ਦੀ ਪੂਜਾ ਦੇ ਵਿੱਚ ਨਾ ਪੈ ਜਾਣ। ਤਾਂ ਜੋ ਵੀ ਉਹਨਾਂ ਨੇ ਪ੍ਰੈਕਟੀਕਲ ਕੀਤਾ ਮਾਲਕ ਨੂੰ ਪ੍ਰਾਪਤੀ ਕਰਨ ਦੇ ਲਈ, ਉਹ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਲਿਖ ਕੇ ਦੇ ਗਏ। ਪੋਥੀ ਪਰਮੇਸ਼ਰ ਕਾ ਥਾਨ ਦਾ ਜਿਹੜਾ ਗੁਰੂ ਸਾਹਿਬ ਹੁਣਾਂ ਨੇ ਰਚਨਾ ਕੀਤੀ, ਉਸ ਤੋਂ ਉਪਰੰਤ 9ਵੇਂ ਪਾਤਸ਼ਾਹ ਦੀ ਗੁਰੂ ਸਾਹਿਬ ਜੀ ਦੀ ਬਾਣੀ ਦਰਜ ਕਰਕੇ 10ਵੇਂ ਪਾਤਸ਼ਾਹ ਨੇ ਜੋ ਇਹਨਾਂ ਨੂੰ ਸਤਿਗੁਰ ਜੀ ਦਾ ਖਿਤਾਬ ਬਖਸ਼ਿਆ। ਬੜਾ ਵੱਡਾ ਪ੍ਰਚੰਡ ਜਿਹੜਾ ਗਿਆਨ ਜੋ 400 ਸਾਲਾਂ ਦੇ ਸ਼੍ਰੋਮਣੀ ਭਗਤ ਗੁਰਮੁਖ ਸਤਿਗੁਰ ਸਹਿਬਾਨ ਹੋਏ ਉਹਨਾਂ ਦੀ ਬਾਣੀ ਨੂੰ ਦਰਜ ਕੀਤਾ। ਕਿਉਂਕਿ ਬਾਬਾ ਫਰੀਦ ਸਾਹਿਬ ਜਿਨ੍ਹਾਂ ਦਾ ਜਨਮ 12ਵੀਂ ਈਸਵੀ 'ਚ ਹੁੰਦਾ ਹੈ, ਕਬੀਰ ਸਾਹਿਬ ਦਾ ਜਨਮ 13ਵੀਂ 'ਚ ਹੈ, ਨਾਮਦੇਵ ਜੀ, ਸੂਰਦਾਸ ਜੀ, ਤਰਲੋਚਨ ਜੀ ਜਿਹੜੇ ਇਹਨਾਂ ਦੇ ਸਮਕਾਲੀ ਹੋਏ ਨੇ। ਫਿਰ ਗੁਰੂ ਨਾਨਕ ਦੀ ਬਾਣੀ ਆ ਜਾਂਦੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 6 ਪਾਤਸ਼ਾਹੀਆਂ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੱਕ ਆਪਾਂ ਦੇਖੀਏ ਤਾਂ 1200 ਤੋਂ ਲੈ ਕੇ 1600 ਦੀ ਈਸਵੀ ਤੱਕ 400 ਸਾਲ ਦੇ ਵਿੱਚ ਜਿੰਨੇ ਵੀ ਭਗਤ, ਸ਼੍ਰੋਮਣੀ ਸੰਤ, ਗੁਰਮੁਖ ਸੰਤ ਸਹਿਬਾਨ ਪ੍ਰਗਟ ਹੋਏ, ਉਹਨਾਂ ਸਾਰਿਆਂ ਦੀ ਬਾਣੀ ਦਾ ਨਿਚੋੜ, ਉਹਨਾਂ ਦੇ ਬਚਨਾਂ ਦਾ ਨਿਚੋੜ ਕੱਢ ਕੇ ਸੌਖੇ ਤੋਂ ਸੌਖਾ ਕਰਕੇ 400 ਸਾਲਾਂ ਦਾ ਜਿਹੜਾ ਖਜ਼ਾਨਾ ਸੀਗਾ ਬ੍ਰਹਮ ਦਾ, ਕਿ ਮਾਲਕ ਦੇ ਨਾਲ ਮਿਲਾਪ ਕਿਵੇਂ ਕੀਤਾ ਜਾਏ, ਸੱਚੇ ਪਾਤਸ਼ਾਹ ਨੇ ਇੱਕ ਕਲਮਬੱਧ ਕਰ ਦਿੱਤਾ, ਇੱਕ ਰੂਪ ਕਰ ਦਿੱਤਾ, ਤੇ ਸਤਿਗੁਰ ਦਾ ਖਿਤਾਬ ਦੇ ਦਿੱਤਾ ਕਿ ਜੋ ਵੀ ਸਾਡੇ ਨਾਲ ਮਿਲਾਪ ਕਰਨਾ ਚਾਹੁੰਦਾ ਹੈ, ਮਾਲਕ ਨਾਲ ਮਿਲਾਪ ਕਰਨਾ ਚਾਹੁੰਦਾ ਹੈ, ਉਹ ਬਾਣੀ ਵਿੱਚ ਦਿੱਤੇ ਹੋਏ ਭੇਤ ਦੇ ਮੁਤਾਬਕ ਪ੍ਰੈਕਟੀਕਲ ਕਰ ਲਵੇ, ਸ਼ਬਦ ਦੀ ਕਮਾਈ ਕਰ ਲਵੇ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ, ਸ਼ਬਦ ਗੁਰੂ ਹੈ। ਸ਼ਬਦ ਦੀ ਆਰਾਧਨਾ ਕਰਕੇ ਤੁਸੀਂ ਆਪਦੇ ਘਰ ਵਾਪਸੀ ਕਰ ਸਕਦੇ। ਹੁਣ ਉਹ ਖਜ਼ਾਨਾ ਜਦੋਂ ਸਤਿਗੁਰ ਜੀ ਨੇ ਬੀੜ ਦੀ ਸਾਜਨਾ ਕੀਤੀ, ਸਾਡੇ ਤੱਕ ਪਹੁੰਚਦਿਆਂ ਹੁਣ 300 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਤੇ ਇਹਨਾਂ 300 ਸਾਲਾਂ ਦੇ ਵਿੱਚ ਲੱਖਾਂ ਸ਼ਹੀਦੀਆਂ ਹੋਈਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਬਚਾਉਣ ਦੇ ਲਈ, ਕਿਉਂਕਿ ਸਤਿਗੁਰੂ ਜੀ ਦੀ ਮੋਹਰ ਸੀ। 400 ਸਾਲਾਂ ਦੇ ਗੁਰਮੁਖਾਂ ਭਗਤਾਂ ਸੰਤਾਂ ਦਾ ਇਲਾਹੀ ਖਜ਼ਾਨਾ ਹੈ, ਜੋ ਉਹਨਾਂ ਨੇ ਧੁਰ ਦਰਗਾਹ ਦੇ ਵਿੱਚ ਸ਼ਬਦ ਦੀ ਕਮਾਈ ਕਰਕੇ ਪ੍ਰਗਟ ਕੀਤਾ ਹੈ।
ਤੇ ਸਾਡੇ ਤੱਕ ਪਹੁੰਚ ਹੋਈ ਹੈ। ਪਰ ਅੱਜ ਦੁਖਾਂਤ ਦੀ ਗੱਲ ਇਹ ਹੈ ਵੀ ਜੋ ਇੰਨਾ ਵੱਡਾ ਖਜ਼ਾਨਾ ਕਲਯੁਗ ਦੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਹਜ਼ਾਰਾਂ ਸ਼ਹੀਦੀਆਂ ਤੋਂ ਬਾਅਦ, ਲੱਖਾਂ ਸ਼ਹੀਦੀਆਂ ਤੋਂ ਬਾਅਦ ਸਾਡੇ ਤੱਕ ਪਹੁੰਚਿਆ। ਅਸੀਂ ਜਨਮ ਲਿਆ ਇਸ ਧਰਤੀ ਤੇ ਸਾਡੀ ਅਗਵਾਈ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰ ਰਹੇ ਆ। ਆਪਾਂ ਇਸ ਖਜ਼ਾਨੇ ਦਾ ਲਾਹਾ ਨਹੀਂ ਲੈ ਰਹੇ। ਬਹੁਤ ਵਿਰਲੇ ਗੁਰਮੁਖ ਨੇ ਜੋ ਇਸ ਖਜ਼ਾਨੇ ਦਾ ਲਾਹਾ ਲੈ ਰਹੇ। ਅਸੀਂ ਸਿਰਫ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਸੀਸ ਝੁਕਾਉਂਦੇ ਹਾਂ, ਮੱਥਾ ਟੇਕਦੇ ਹਾਂ ਤੇ ਬਸ ਚਲੇ ਜਾਂਦੇ ਹਾਂ। ਤੇ ਮਹਾਰਾਜ ਨੇ ਸਾਨੂੰ ਕਿਹਾ ਸੀ ਵੀ ਤੁਹਾਡਾ ਅੱਜ ਤੋਂ ਸ਼ਬਦ ਗੁਰੂ ਹੈ, ਸ਼ਬਦ ਗੁਰੂ ਦੀ ਖੋਜ ਕਰਨੀ ਹੈ, ਸ਼ਬਦ ਦੀ ਸੇਵਾ ਕਰਨੀ ਹੈ। ਤੁਸੀਂ ਦੇਖਣਾ ਹੈ ਵੀ ਇਹ ਜੋ 400 ਸਾਲਾਂ ਦੇ ਗੁਰਮੁਖਾਂ ਦਾ ਖਜ਼ਾਨਾ ਅਸੀਂ ਤੁਹਾਡੇ ਲਈ ਲਿਖ ਕੇ ਦਰਜ ਕਰਕੇ ਦਿੱਤਾ ਹੈ, ਇਹਦੇ ਵਿੱਚ ਕੀ ਲਿਖਿਆ ਹੈ, ਕਿਸ ਤਰ੍ਹਾਂ ਅਸੀਂ ਇਸ ਜੀਵਨ ਰੂਪੀ ਭਵਜਲ ਦੇ ਵਿੱਚੋਂ ਨਿਕਲ ਸਕਦੇ ਹਾਂ। ਮਹਾਰਾਜ ਕਹਿੰਦੇ ਸ਼ਬਦਾਂ ਮਾਹੇ ਵਖਾਣੀਆਂ, ਵਿਰਲਾ ਤਾਂ ਬੁੱਝੈ ਕੋਈ। ਪਰ ਅਸੀਂ ਉਸ ਤੋਂ ਉਲਟ ਕਾਲ ਦੇ ਅਨਾੜੀ ਅਸੰਤਾਂ ਦੇ ਪ੍ਰਚਾਰ ਦੇ ਵਿੱਚ, ਪੰਜਾਂ ਦੂਤਾਂ ਦੇ ਭਰਮ ਦੇ ਵਿੱਚ ਆ ਕੇ ਮਹਾਰਾਜ ਦੇ ਸ਼ਬਦ ਗੁਰੂ ਦਾ, ਜੋ ਸ਼ਬਦ ਬ੍ਰਹਮ ਗਿਆਨ ਦੇ ਖਜ਼ਾਨੇ ਦਾ ਲਾਹਾ ਨਹੀਂ ਲੈ ਰਹੇ। ਅੱਜ ਬਹੁਤ ਸਾਰੇ ਜੀਵ ਨੇ ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਤਾਂ ਹੁੰਦੇ ਆ, ਅਰਦਾਸ ਬੇਨਤੀ ਵੀ ਕਰਦੇ ਆ, ਪਰ ਸਿਰਫ ਦੁਨਿਆਵੀ ਮੰਗਾ ਵੀ ਸਾਡਾ ਆਹ ਦੁਨਿਆਵੀ ਕਾਰਜ ਰੁਕ ਗਿਆ, ਆਹ ਸਾਨੂੰ ਬੰਨਣ ਪੈ ਗਿਆ, ਇੱਥੇ ਸਾਨੂੰ ਘਾਟਾ ਪੈ ਗਿਆ, ਇਹ ਸਾਨੂੰ ਪੂਰਾ ਕਰ ਦਿੱਤਾ ਜਾਵੇ। ਹੁਣ ਉਹ ਪੂਰਾ ਕਰਨ ਦੀ ਇੱਕ ਅਰਦਾਸ ਕਰ ਦਿੱਤੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਹੁਕਮ ਦੇ ਰਹੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਵੀ ਜੇ ਤੂੰ ਚਾਹੁੰਦਾ ਹੈ ਵੀ ਤੇਰੇ ਸਾਰੇ ਕਾਰਜ ਪੂਰੇ ਹੋ ਜਾਣ ਤਾਂ ਹਰ ਵਕਤ ਤੂੰ ਉਸ ਅਕਾਲ ਪੁਰਖ ਦਾ ਨਾਮ ਆਪ ਦੇ ਮੁਖ ਦੇ ਵਿੱਚੋਂ ਵਿਸਾਰਨਾ ਨਹੀਂ। ਇਹ ਹੁਕਮ ਹੈ। ਹੁਣ ਇਹ ਹੁਕਮ ਤਾਂ ਆਪਾਂ ਮੰਨਦੇ ਨਹੀਂ। ਮਹਾਰਾਜ ਜੀ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਵੀ ਮੁਖ ਦੇ ਵਿੱਚੋਂ ਨਾਮ ਨਹੀਂ ਵਿਸਾਰਨਾ ਤੇ ਤੇਰੇ ਸਾਰੇ ਕਾਰਜ ਮੈਂ ਸਵਾਲ ਦਿਆਂ। ਹੁਕਮ ਕਰਦੇ ਆ ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ, ਸਤਿਗੁਰ ਅੱਗੇ ਢਹਿ ਪਉ ਸਭ ਕਿਛ ਜਾਣੇ ਜਾਣ। ਵੀ ਹੋਰ ਸਾਰੀਆਂ ਇਹੜਾਂ ਤੇਹੜਾਂ ਆਸਾਂ ਮੁਰੀਦਾਂ ਛੱਡ ਕੇ ਗੁਰੂ ਦੇ ਸ਼ਬਦ ਦੀ ਟੇਕ ਰੱਖ ਲਾ ਤੇ ਤੇਰੇ ਸਾਰੇ ਕਾਰਜ ਮੈਂ ਆਪ ਸਵਾਰਾਂਗਾ। ਹੁਣ ਇਹ ਹੁਕਮ ਆਪਾਂ ਮੰਨਦੇ ਨਹੀਂ ਤੇ ਉਸ ਤਰ੍ਹਾਂ ਕਹਿ ਦਿੰਦੇ ਆ ਵੀ ਸੱਚੇ ਪਾਤਸ਼ਾਹ ਸਾਡੀ ਆਹ ਮੰਗ ਪੂਰੀ ਕਰ ਦਿਓ, ਸਾਡਾ ਆਹ ਅਰਦਾਸ ਪੂਰੀ ਕਰ ਦਿਓ। ਤੇ ਸਾਨੂੰ ਇਹ ਭੇਤ ਨਹੀਂ ਹੈਗਾ ਵੀ ਜੋ ਮਿਲਦਾ ਹੈ ਉਹ ਭਗਤੀ ਦੇ ਵੰਡੇ ਮਿਲਦਾ ਹੈ। ਜਿੰਨੇ ਕਿਸੇ ਦੇ ਸਵਾਸ ਪੁਰਬਲੇ ਜਨਮਾਂ ਤੋਂ ਜਮ੍ਹਾਂ ਹੋ ਗਏ, ਪੁਰਬਲੀ ਕਿਰਤ ਕਰਦਿਆਂ ਕਰਦਿਆਂ, ਕਿਉਂਕਿ ਇਹ ਮਨ ਦਾ ਕੋਈ ਇੱਕ ਜਨਮ ਨਹੀਂ, ਜਨਮ ਦਰ ਜਨਮ, ਜਨਮ ਦਰ ਜਨਮ, ਵਾਰ-ਵਾਰ ਜੂਨਾਂ ਨੂੰ ਭੋਗਦਾ ਹੋਇਆ ਇੱਥੋਂ ਤੱਕ ਪਹੁੰਚਿਆ। ਤੇ ਜਿੰਨੀ ਅਸੀਂ ਜਨਮ ਦਰ ਜਨਮ ਪੂੰਜੀ ਇਕੱਠੀ ਕੀਤੀ ਹੈ, ਉਹਨਾਂ ਸਾਰਿਆਂ ਦਾ ਨਿਚੋੜ ਸਾਨੂੰ ਇਸ ਜਾਮੇ ਦੇ ਵਿੱਚ ਮਿਲ ਗਿਆ। ਜਿੰਨੀ ਕਿ ਸਾਡੇ ਕੋਲ ਭਗਤੀ ਹੈ, ਜਿੰਨਾ ਸਿਮਰਨ ਕੀਤਾ, ਜਿੰਨੇ ਪੁੰਨ ਕੀਤੇ ਆ, ਉਹਨਾਂ ਦੇ ਵਿੱਚੋਂ ਹੀ ਸਾਨੂੰ ਇਹ ਦਾਤਾਂ ਮਿਲ ਰਹੀਆਂ ਸੰਸਾਰ ਦੀਆਂ। ਇਹ ਭੇਤ ਨਾ ਹੋਣ ਕਰਕੇ ਅਸੀਂ ਸਹਿਜ ਸੁਭਾਏ ਆਪ ਦੀ ਕੀਤੀ ਹੋਈ ਸੇਵਾ ਤੋਂ ਬਹੁਤਾ ਮੰਗਣ ਦੇ ਲਈ ਜਿੱਦ ਕਰਦੇ ਹਾਂ। ਸੇਵਾ ਥੋੜ੍ਹੀ ਮੰਗਣ ਬਹੁਤਾ। ਹੁਣ ਜਦੋਂ ਜਿੱਦ ਕਰਦੇ ਹਾਂ, ਸਵਾਸਾਂ ਦਾ ਧਨ ਸਾਡੇ ਕੋਲ ਹੈ ਨਹੀਂ, ਸਿਮਰਨ ਅਭਿਆਸ ਅਸੀਂ ਕਰਦੇ ਨਹੀਂ, ਨਾਮ ਦਾ ਨਿਧਾਨ ਅਨਹਦ ਬਾਣੀ ਦਾ ਖਜ਼ਾਨਾ ਸਾਡੇ ਅੰਦਰ ਪ੍ਰਗਟ ਨਹੀਂ, ਤਾਂ ਸਾਡੀ ਉਹ ਫਿਰ ਅਰਦਾਸ ਜਦੋਂ ਪੂਰੀ ਨਹੀਂ ਹੁੰਦੀ ਤੇ ਮਨ ਨਿਰਾਸ਼ਾ ਵਿੱਚ ਚਲਿਆ ਜਾਂਦਾ ਵੀ ਮੈਂ ਤਾਂ ਸਤਿਗੁਰ ਦੇ ਕੋਲੋਂ ਮੰਗਿਆ ਤੇ ਮੈਨੂੰ ਸਤਿਗੁਰ ਨੇ ਦਿੱਤਾ ਨਹੀਂ। ਤੇ ਫਿਰ ਤ੍ਰਿਸ਼ਨਾ ਦੇ ਵਿੱਚ ਦਰ ਦਰ ਦੇ ਉੱਤੇ ਭਟਕਣਾ ਸ਼ੁਰੂ ਕਰਦਾ ਹੈ, ਕਦੇ ਕਿਸੇ ਦਰ ਤੇ, ਕਦੇ ਕਿਸੇ ਦਰ ਤੇ।
ਤੇ ਮਹਾਰਾਜ ਨੇ ਇਸੇ ਕਰਕੇ ਕਿਹਾ ਤੁਸੀਂ ਬਾਣੀ ਨੂੰ ਪੜ੍ਹੋ, ਵਿਚਾਰੋ ਵੀ ਜੋ ਵੀ ਦਾਤਾ ਆ, ਜੋ ਵੀ ਖਜ਼ਾਨੇ ਦੀ ਪੂਰਤੀ ਆ, ਉਹ ਕਿਵੇਂ ਮਿਲਦੀ ਆ ਤੇ ਕਿਸ ਅਵਸਥਾ ਦੇ ਵਿੱਚ ਜਾ ਕੇ ਸਾਨੂੰ ਸਾਰੇ ਪਦਾਰਥ ਮਿਲ ਜਾਂਦੇ ਆ। ਕਿਉਂਕਿ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ 3 ਅਵਸਥਾ ਦੇ ਵਿੱਚ ਜੀਵ ਜੀਵਨ ਜੀ ਰਹੇ ਆ। ਇੱਕ ਗਰੀਬੀ ਹੈ, ਇੱਕ ਮੱਧ ਵਰਗ ਹੈ, ਇੱਕ ਅਮੀਰੀ ਹੈ। ਹੁਣ ਗਰੀਬ ਉਹ ਆਪਾਂ ਉਸ ਨੂੰ ਕਹਿ ਦਿੰਦੇ ਆ ਜਿਸ ਦੇ ਕੋਲ ਸੰਸਾਰੀ ਸਹੂਲਤਾਂ ਘੱਟ ਨੇ। ਜਿੰਦੇ ਕੋਲ ਸੰਸਾਰੀ ਸਹੂਲਤਾਂ ਬਹੁਤੀਆਂ ਜ਼ਿਆਦਾ ਵੀ ਨਹੀਂ, ਬਹੁਤੀਆਂ ਘੱਟ ਵੀ ਨਹੀਂ, ਉਹ ਮੱਧ ਵਰਗ ਹੈ। ਤੇ ਜਿੰਦੇ ਕੋਲ ਬਹੁਤ ਜ਼ਿਆਦਾ ਸਹੂਲਤਾਂ ਨੇ ਉਹਨੂੰ ਅਸੀਂ ਅਮੀਰ ਕਹਿ ਦਿੰਦੇ ਹਾਂ। ਹੁਣ ਇਹ ਗਰੀਬ, ਮੱਧਮ ਵਿੱਚ ਤੇ ਅਮੀਰ ਵਿੱਚ ਫਰਕ ਇੰਨਾ ਹੀ ਹੈ, ਜਿੰਦੀ ਜਿੰਨੀ ਸਵਾਸਾਂ ਦੀ ਪੂੰਜੀ ਜਮ੍ਹਾਂ ਹੈ ਉਹਨੂੰ ਉਹਦੇ ਮੁਤਾਬਕ ਸੰਸਾਰ ਦੇ ਵਿੱਚ ਖਜ਼ਾਨਾ ਮਿਲਿਆ ਹੋਇਆ। ਅਸੀਂ ਸਿਰਫ ਸੰਸਾਰੀ ਤੌਰ ਤੇ ਦੇਖਾਂਗੇ ਵੀ ਇਹਦੇ ਕੋਲ ਦੁੱਖ ਜ਼ਿਆਦਾ ਹੈ, ਇਹਦੇ ਕੋਲ ਸੁੱਖ ਜ਼ਿਆਦਾ ਹੈ। ਤੇ ਜੇ ਸਾਨੂੰ ਭੇਤ ਆ ਜਾਵੇ ਵੀ ਇਹ ਜਿਹੜਾ ਖਜ਼ਾਨਾ ਹੈ, ਜਿੰਨੇ ਅਸੀਂ ਵੱਧੋ ਵੱਧ ਸਵਾਸ ਜਮ੍ਹਾਂ ਕਰਵਾਵਾਂਗੇ, ਜਿੰਨਾ ਅਸੀਂ ਵੱਧੋ ਵੱਧ ਸਿਮਰਨ ਕਰਾਂਗੇ, ਉਹਦੇ ਵਿੱਚੋਂ ਸੰਸਾਰ ਦਾ ਖਜ਼ਾਨਾ ਵੀ ਸਾਨੂੰ ਪ੍ਰਾਪਤ ਹੋਣਾ ਹੈ। ਤੇ ਜਿਹੜਾ ਸਾਡੇ ਅੰਦਰ ਅਨਾਹਤ ਬਾਣੀ ਦਾ ਖਜ਼ਾਨਾ ਹੈ, ਜੋ ਸਾਡੀ ਦੇਹੀ ਦੇ ਵਿੱਚ 10ਵੇਂ ਘਰ ਦਾ ਖਜ਼ਾਨਾ ਹੈ, ਅੰਮ੍ਰਿਤ ਰਸ ਦਾ ਖਜ਼ਾਨਾ ਹੈ, ਉਹ ਵੀ ਸਾਨੂੰ ਇਹਦੇ ਵਿੱਚੋਂ ਪ੍ਰਾਪਤ ਹੋਣਾ। ਕਿਉਂਕਿ ਮਹਾਰਾਜ ਜੀ ਕਹਿੰਦੇ ਬਿਨ ਦਮ ਕੇ ਸੌਦਾ ਨਹੀਂ ਹਾਟ। ਮਹਾਰਾਜ ਜੀ ਕਹਿੰਦੇ ਆ ਬਿਨ ਗੁਰ ਸੇਵੇ ਘਾਟੇ ਘਾਟ। ਹੁਣ ਜਦੋਂ ਇਸ ਤਰ੍ਹਾਂ ਆਪਾਂ ਗੁਰਬਾਣੀ ਨੂੰ ਵਿਚਾਰ ਕੇ ਖੋਜ ਕਰਾਂਗੇ ਤਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਸਾਰੀ ਸਹੂਲਤ ਦਾ, ਸਾਰੀ ਗੁਰਬਾਣੀ ਦਾ ਨਿਚੋੜ ਗੁਰਮੰਤਰ ਹੈ, ਸ਼ਬਦ ਹੈ। ਤੇ ਜੇ ਆਪਾਂ ਸ਼ਬਦ ਦਾ ਅਭਿਆਸ ਕਰਨਾ ਸ਼ੁਰੂ ਕਰ ਦਈਏ, ਜੇ ਆਪਾਂ ਵਾਹਿਗੁਰੂ ਗੁਰਮੰਤਰ ਦੇ ਚੇਲੇ ਬਣ ਜਾਈਏ, ਜਿਸ ਦੇ ਚੇਲੇ ਸਾਨੂੰ ਗੁਰੂ ਨਾਨਕ ਦੇਵ ਨੇ ਬਣਾਇਆ ਸੀ ਤੇ ਪ੍ਰਚਾਰ ਕੀਤਾ ਸੀ, ਤੇ ਸਾਨੂੰ ਕਿਸੇ ਵੀ ਪਦਾਰਥ ਦੀ ਕੋਈ ਵੀ ਘਾਟ ਨਹੀਂ ਆਏਗੀ। ਚਾਰੇ ਪਦਾਰਥ ਸਾਡੇ ਪਾਸ ਆਉਣਗੇ, ਨਾਮ ਦਾ ਪਦਾਰਥ ਤੇ 3 ਪਦਾਰਥ ਸੰਸਾਰ ਦੇ ਆ, ਧਰਮ, ਅਰਥ, ਕਾਮ। ਚੌਥਾ ਪਦਾਰਥ ਹੈ ਮੋਖ। ਤੇ ਚਾਰੇ ਪਦਾਰਥਾਂ ਦਾ ਦਾਤਾ ਹੈ। 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ। ਉਹ ਸੇਵਾ ਦੇ ਵਿੱਚ ਕੀ ਕਰਾਉਂਦੇ ਆ? ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਤੇ ਆਓ ਫਿਰ ਜਿਹੜੇ ਨਾਮ ਦੇ ਨਾਲ ਸਾਡੇ ਅੰਦਰੋਂ ਅਨਹਦ ਬਾਣੀ ਦਾ ਖਜ਼ਾਨਾ ਪ੍ਰਗਟ ਹੋਣਾ ਹੈ, ਸਾਡੀਆਂ ਸੰਸਾਰੀ ਮੰਗਾਂ ਪੂਰੀਆਂ ਹੋਣੀਆਂ ਨੇ, ਸਾਡੇ ਜੀਵਨ ਦੇ ਮਨੋਰਥ ਨੇ ਪੂਰਾ ਹੋਣਾ ਹੈ। ਔਰ ਜਿਸ ਨਾਮ ਨੂੰ ਜਪਣ ਦੇ ਲਈ ਵਾਰ-ਵਾਰ ਸੱਚੇ ਪਾਤਸ਼ਾਹ ਕਹਿ ਰਹੇ ਆ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਜਦੋਂ ਅਸੀਂ ਖੰਡੇ ਬਾਟੇ ਦੀ ਪੌਲ ਲੈਂਦੇ ਹਾਂ, ਉਦੋਂ ਵੀ 5 ਪਿਆਰਿਆਂ ਪਾਸੋਂ ਸਾਨੂੰ ਹੁਕਮ ਹੁੰਦਾ ਵਾਹਿਗੁਰੂ ਗੁਰਮੰਤਰ ਦੇ ਜਾਪ ਕਰਨ ਦਾ। ਪਰ ਸਾਡਾ ਇਹ ਮਨ ਐਸਾ ਹੋ ਗਿਆ, ਅਸੀਂ ਸਿਰਫ ਹੁਕਮ ਲੈ ਲੈਂਦੇ ਹਾਂ ਪਰ ਕਮਾਉਂਦੇ ਨਹੀਂ। ਅਸੀਂ ਗੁਰਬਾਣੀ ਦੇ ਵਿੱਚ ਸੁਣ ਲੈਂਦੇ ਹਾਂ ਪਰ ਕਮਾਉਂਦੇ ਨਹੀਂ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਿੰਨੀ ਦੇਰ ਤੱਕ ਕਮਾਈ ਨਹੀਂ, ਜਿੰਨੀ ਦੇਰ ਤੱਕ ਹੁਕਮ ਮੰਨਿਆ ਨਹੀਂ, ਹੁਕਮ ਨਾ ਬੂਝੇ ਖਸਮ ਕਾ ਸੋਈ ਨਰ ਕੱਚਾ। ਤੇ ਅਸੀਂ ਕੱਚੇ ਹੁੰਦੇ। ਤੇ ਆਓ ਮਾਲਕ ਦਾ ਆਕਾ ਹੁਕਮ ਕਮਾਈਏ। ਸਾਰੇ ਗੁਰਮੁਖ ਨੇਤਰ ਬੰਦ ਕਰਕੇ ਥੋੜ੍ਹੇ ਸਮੇਂ ਦੇ ਲਈ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਗੇ, ਕਿਉਂਕਿ ਇਸੇ ਗੁਰਮੰਤਰ ਦੇ ਵਿੱਚੋਂ ਵਾਰ-ਵਾਰ ਸਿਮਰ ਕੇ ਸਾਨੂੰ ਨਾਮ ਦੇ, ਸੱਚ ਦੇ, ਦੁਨਿਆਵੀ ਸਾਰੇ ਖਜ਼ਾਨੇ ਪ੍ਰਗਟ ਹੋਣੇ ਆ। ਸੋ ਗੁਰਮੰਤਰ ਜਪਣ ਦਾ ਤਰੀਕਾ ਹੈ, ਸਾਰੇ ਗੁਰਮੁਖਾਂ ਨੇ ਸਭ ਤੋਂ ਪਹਿਲਾਂ ਤਾਂ ਨੇਤਰ ਬੰਦ ਕਰ ਲੈਣੇ ਆ, ਕਿਉਂਕਿ ਜਦੋਂ ਆਪਾਂ ਅੱਖਾਂ ਖੋਲ੍ਹ ਕੇ ਜਾਪ ਜਪਦੇ ਹਾਂ, ਸਾਡਾ ਧਿਆਨ ਵਾਰ-ਵਾਰ ਬਾਹਰ ਸੰਸਾਰ ਵੱਲ, ਆਕਾਰਾਂ ਵੱਲ, ਇਹਨਾਂ ਵੱਲ ਆਉਂਦਾ ਰਹਿੰਦਾ ਹੈ ਤੇ ਸਾਡਾ ਫਿਰ ਮਨ ਇੱਕ ਜਗ੍ਹਾ 'ਤੇ ਟਿਕਦਾ ਨਹੀਂ। ਨੇਤਰ ਬੰਦ ਕਰਕੇ ਮੁੱਖੋਂ ਬੋਲਣਾ, ਆਪ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਆਪ ਦਾ ਧਿਆਨ ਆਪ ਦੀ ਆਵਾਜ਼ ਵਿੱਚ ਰੱਖਣਾ ਤੇ ਜਾਂ ਨੇਤਰ ਬੰਦ ਹੈ ਤੇ ਸਾਹਮਣੇ ਰੱਖਣਾ। ਇਸ ਤਰ੍ਹਾਂ ਸਾਡੇ ਮਨ ਦੀ ਇਕਾਗਰਤਾ ਬਣੇਗੀ। ਔਰ ਸ਼ਬਦ ਦੇ ਜਾਪ ਦਾ ਤਰੀਕਾ ਵੀ ਆਪਾਂ ਨਾਲ-ਨਾਲ ਸਿੱਖਣਾ ਹੈ, ਕਿਉਂਕਿ ਆਪਾਂ ਪਿਛਲੇ ਸਮੇਂ ਤੋਂ ਗੁਰਮੰਤਰ ਦੀ ਵਡਿਆਈ ਕਰ ਰਹੇ ਹਾਂ।
ਵਡਿਆਈ ਦੇ ਨਾਲ ਆਪਾਂ ਤਰੀਕਾ ਵੀ ਸਿੱਖਣਾ। ਆਓ ਫਿਰ ਆਪਾਂ ਨੇਤਰ ਬੰਦ ਕਰਕੇ ਸਾਰੇ ਗੁਰਮੁਖ ਗੁਰਮੰਤਰ ਦਾ ਅਭਿਆਸ ਕਰਨਗੇ। ਲੋਕ ਲੱਜਾ ਸ਼ਰਮ ਸੰਗ ਤੋਂ ਉੱਪਰ ਉੱਠ ਕੇ ਅਭਿਆਸ ਕਰਨਾ, ਕਿਉਂਕਿ ਸੰਗਤ ਵਿੱਚ ਆਉਣ ਦਾ ਲਾਹਾ ਇਹੀ ਹੈ। ਇਹ ਇਸੇ ਮਨੋਰਥ ਕਰਕੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ। ਆਓ ਫਿਰ ਆਪਾਂ ਅਭਿਆਸ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। ਬੋਲ ਬੋਲ ਕੇ ਸਾਰਿਆਂ ਨੇ ਅੱਖਾਂ ਬੰਦ ਕਰਕੇ ਉੱਚੀ ਉੱਚੀ ਬੋਲ ਕੇ ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰੀਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਆਰਾਧਨਾ ਕਰਾਈ ਹੈ। ਇਸ ਨੂੰ ਕਹਿੰਦੇ ਆ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਮੁੱਖੋਂ ਆਵਾਜ਼ ਦੇਣੀ, ਮੁੱਖ ਦੇ ਵਿੱਚੋਂ ਸ਼ਬਦ ਦੀ ਧੁਨ ਨੂੰ ਕੱਢਣਾ ਅਤੇ ਇਸ ਧੁਨ ਨੂੰ ਵਾਰ-ਵਾਰ ਸੁਣਨਾ, ਇਹਨੂੰ ਕਹਿੰਦੇ ਧੁਨ ਮੈਂ ਧਿਆਨ। ਕਹਿੰਦੇ ਜਦੋਂ ਇਸ ਤਰ੍ਹਾਂ ਫਿਰ ਗੁਰਮੁਖ ਅਭਿਆਸ ਕਰਨਾ ਸ਼ੁਰੂ ਕਰਦੇ ਹੈ, ਆਪ ਦੇ ਮੁਖ ਦੀ ਧੁਨ ਦੇ ਵਿੱਚ ਧਿਆਨ ਲਾਉਂਦੇ ਨੇ ਤੇ ਕਹਿੰਦੇ ਸਾਰੀ ਅਕਥ ਕਹਾਣੀ ਬੁੱਝ ਲੈਂਦੇ ਹੈ। ਕਿਉਂਕਿ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਮਨ ਜਿਹੜਾ ਹੈ ਉਹ ਸਹਿਜ ਦੇ ਵਿੱਚ ਜਾਈ ਜਾਂਦਾ ਹੈ। ਹੁਣ ਤਾਂ ਆਪਾਂ ਥੋੜ੍ਹਾ ਜਿਹਾ ਉੱਚੀ ਬੋਲ ਕੇ ਅਭਿਆਸ ਕੀਤਾ ਨਾ, ਇਹ ਸ਼ਬਦ ਦੇ ਜਾਪ ਦੀ ਪਹਿਲੀ ਸਟੇਜ ਹੈ ਜਿਸ ਨੂੰ ਕਹਿੰਦੇ ਆ ਬੈਖਰੀ। ਬੈਖਰੀ ਬਾਣੀ ਦੇ ਵਿੱਚ ਅਭਿਆਸ ਕਰਨਾ। ਇਸ ਤੋਂ ਉਪਰੰਤ ਜਦੋਂ ਅਭਿਆਸ ਕਰਦਿਆਂ ਕਰਦਿਆਂ ਲਿਵ ਸਾਡੀ ਸ਼ਬਦ ਦੇ ਨਾਲ ਜੁੜ ਜਾਂਦੀ ਹੈ, ਉਸ ਨੂੰ ਕਹਿੰਦੇ ਆ ਮਧਮਾ ਬਾਣੀ। ਉਸ ਦੇ ਵਿੱਚ ਆਵਾਜ਼ ਸਾਡੀ ਸਹਿਜ ਹੋ ਜਾਂਦੀ ਹੈ। ਮਧਮਾ ਬਾਣੀ ਤੋਂ ਬਾਅਦ ਜਦੋਂ ਕਿਰਪਾ ਹੁੰਦੀ ਹੈ, ਜਪਦਿਆਂ ਜਪਦਿਆਂ ਆਪ ਦੀ ਆਵਾਜ਼ ਹੋਰ ਸਹਿਜ ਹੋ ਜਾਂਦੀ ਹੈ, ਸਰੂਰ ਦੇ ਵਿੱਚ ਆ ਜਾਂਦਾ ਹੈ। ਫਿਰ ਉਸ ਨੂੰ ਕਹਿੰਦੇ ਆ ਪੈਸ਼ੰਤੀ ਬਾਣੀ। ਫਿਰ ਪੈਸ਼ੰਤੀ ਬਾਣੀ ਦੇ ਵਿੱਚ ਜਾ ਕੇ ਸਾਡੇ ਮਨ ਨੂੰ ਇੰਨਾ ਸਰੂਰ ਹੋ ਜਾਂਦਾ ਹੈ, ਸਰੀਰ ਇੰਨੇ ਸੁੱਖ ਦੇ ਆਸਣ ਦੇ ਵਿੱਚ ਚਲਿਆ ਜਾਂਦਾ ਹੈ, ਆਨੰਦ ਦੇ ਵਿੱਚ ਚਲਿਆ ਜਾਂਦਾ ਹੈ ਕਿ ਜਪਦਿਆਂ ਜਪਦਿਆਂ ਇਹ ਜਿਹੜੇ ਹੋਠ ਨੇ ਇਹ ਰੁਕਣਾ ਸ਼ੁਰੂ ਹੋ ਜਾਂਦੇ ਆ, ਕਿਉਂਕਿ ਖੁਮਾਰੀ ਇੰਨੀ ਚੜ੍ਹ ਜਾਂਦੀ ਹੈ। ਇਹ ਸਰੀਰ ਜਿਹੜਾ ਆ, ਇਹ ਨੇਤਰ ਜਿਹੜੇ ਆ ਸੰਤੋਖੇ ਜਾਂਦੇ ਆ। ਸਰੀਰ ਜਿਹੜਾ ਆ ਇਹ 9 ਦਰਵਾਜ਼ੇ ਜਿਹੜੇ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਆ। ਜਿਵੇਂ ਆਪਾਂ ਆਮ ਤੌਰ 'ਤੇ ਸੁਣਦੇ ਵੀ ਆ ਨਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਨਾਮ ਦੀ ਖੁਮਾਰੀ ਇੰਨੀ ਚੜ੍ਹ ਜਾਂਦੀ ਹੈ, ਜਿਵੇਂ ਪਹਿਲੀ ਅਵਸਥਾ ਦੇ ਵਿੱਚ ਆਪਾਂ ਬੈਖਰੀ ਬਾਣੀ ਭਾਵ ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਕੀਤਾ, ਤਾਂ ਕਿ ਸਾਡੇ ਸਾਰੇ ਜਿਹੜੇ ਵਿਚਾਰ ਆ ਫੁਰਨੇ ਆ ਇੱਕ ਵਾਰ ਖਤਮ ਹੋ ਜਾਣ। ਕਿਉਂਕਿ ਜਦੋਂ ਆਪਾਂ ਜਾਪ ਕਰਨ ਬੈਠਦੇ ਹਾਂ, ਕਰਮ ਕਰਕੇ ਆਏ ਹੁੰਦੇ ਹਾਂ, ਇੱਕ ਵਾਰੀ ਵਿਚਾਰਾਂ ਦੀ ਮੈਲ ਲੱਗੀ ਹੁੰਦੀ ਹੈ, ਫੁਰਨੇ ਆਉਂਦੇ ਆ। ਫਿਰ ਕਰਦਿਆਂ ਕਰਦਿਆਂ ਜਿਵੇਂ ਥੋੜ੍ਹੇ ਜਿਹੇ ਵਿਚਾਰ ਖਤਮ ਹੁੰਦੇ ਆ, ਮਨ ਟਿਕਾਊ ਦੇ ਵਿੱਚ ਆਉਂਦਾ, ਫਿਰ ਮਧਮਾ ਬਾਣੀ ਦੇ ਵਿੱਚ ਅਭਿਆਸ ਕਰਦੇ ਹਾਂ। ਫਿਰ ਮਧਮਾ ਬਾਣੀ ਤੋਂ ਜਿਵੇਂ ਜਿਵੇਂ ਰੰਗ ਲੱਗਦਾ ਜਾਂਦਾ ਹੈ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਜਿਵੇਂ ਜਿਵੇਂ ਰੰਗ ਚੜ੍ਹਦਾ ਜਾਂਦਾ ਹੈ, ਚੜ੍ਹਦਿਆਂ ਚੜ੍ਹਦਿਆਂ ਆਹ 9 ਦਰਵਾਜ਼ੇ ਭਾਵ ਸਾਡੇ 2 ਨੇਤਰ, 2 ਕੰਨ, ਮੁਖ, ਨਾਸਕਾ, ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਲ ਮੂਤ ਇੰਦਰੀਆਂ, ਇਹ ਸਾਰੀਆਂ ਥਿਰ ਹੁੰਦੀਆਂ ਜਾਂਦੀਆਂ ਆ, ਖੁਮਾਰੀ ਦੇ ਵਿੱਚ, ਆਨੰਦ ਦੇ ਵਿੱਚ ਹੁੰਦੀਆਂ ਜਾਂਦੀਆਂ।
ਤੇ ਮਨ ਜਿਹੜਾ ਆ ਉਹ 9 ਦਰ ਠਾਕੇ ਧਾਵਤ ਰਹਾਏ 10ਵੇਂ ਨਿਜ ਘਰ ਵਾਸਾ ਪਾਏ ਦੀ ਅਵਸਥਾ ਵਿੱਚ ਜਾਂਦਾ ਹੈ, ਜਿੱਥੇ ਫਿਰ ਸੰਤ ਹੋਇਆ ਮਨ ਜਿਹੜਾ ਉਡਾਰੀ ਭਰਦਾ ਹੈ ਉਸ 10ਵੇਂ ਅਸਮਾਨ ਦੇ ਵਿੱਚ। ਮਹਾਰਾਜ ਕਹਿੰਦੇ 9 ਦਰ ਠਾਕੇ ਧਾਵਤ ਰਹਾਏ 10ਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣੇ। ਜਦੋਂ ਇਸ ਤਰ੍ਹਾਂ ਕਰਦਿਆਂ ਬੈਖਰੀ ਤੋਂ ਮਧਮਾ, ਮਧਮਾ ਤੋਂ ਪਸੰਤੀ, ਤੇ ਫਿਰ ਪਰਾ ਬਾਣੀ ਚੱਲ ਪੈਂਦੀ ਹੈ। ਭਾਵ ਮੁਖ ਵੀ ਬੰਦ ਹੋ ਗਿਆ, ਮਨ ਵੀ ਬੰਦ ਹੋ ਗਿਆ, ਅੰਤਰਗਤ ਸੁਨ ਦੇ ਵਿੱਚ ਚਲਿਆ ਗਿਆ, ਬਿਨਾਂ ਬੋਲਣ ਵਾਲੀ ਅਵਸਥਾ ਦੇ ਵਿੱਚ ਚਲਿਆ ਗਿਆ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ। ਸੁਨ ਵਿੱਚ ਸਮਾਧੀ ਲੱਗਦੀ ਹੈ ਪਰਾ ਬਾਣੀ ਦੇ ਵਿੱਚ ਜਾ ਕੇ। ਹੁਣ ਜਦੋਂ ਉਹ ਸਮਾਧੀ ਲੱਗ ਜਾਂਦੀ ਹੈ, ਉੱਥੇ ਪਤਾ ਲੱਗਦਾ ਹੈ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਜਿਸ ਪਰਮੇਸ਼ਰ ਨੂੰ ਅਸੀਂ ਭਾਲਦੇ ਫਿਰਦੇ ਸੀ ਉਹ ਤਾਂ ਅੰਤਰਗਤ ਸਮਾਧ ਰੂਪ ਦੇ ਵਿੱਚ ਵਿਰਾਜਮਾਨ ਹੈ, ਉਹ ਤਾਂ ਅੰਤਰਗਤ ਅਨਹਦ ਬਾਣੀ ਦੇ ਰੂਪ ਦੇ ਵਿੱਚ ਹਮੇਸ਼ਾ ਵਾਜੇ ਵਜਾ ਰਿਹਾ, ਕੀਰਤਨ ਕਰ ਰਿਹਾ। ਕੀਰਤਨ ਵੀ ਐਸਾ ਨਾ ਕਿਸੇ ਹਿੰਦੀ ਭਾਸ਼ਾ 'ਚ, ਨਾ ਬਾਹਰ ਸੰਸਾਰੀ ਕਿਸੇ ਪੰਜਾਬੀ ਭਾਸ਼ਾ ਵਿੱਚ, ਇੰਗਲਿਸ਼, ਅਰਬੀ, ਫਾਰਸੀ ਵਿੱਚ ਨਹੀਂ। ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੈ ਪਛਾਣੀ। ਆਤਮਕ ਮੰਡਲ ਦਾ ਕੀਰਤਨ ਹੋ ਰਿਹਾ, ਸੂਖਮ ਰੂਪ ਦੇ ਵਿੱਚ ਕੀਰਤਨ ਹੋ ਰਿਹਾ। ਉੱਥੇ ਪਤਾ ਲੱਗਦਾ ਇਸ ਸਰੀਰ ਦੇ ਵਿੱਚ ਤਾਂ ਅਸੀਂ ਬੜੇ 50 ਸਾਲ 60 70 ਸਾਲ ਗੁਜ਼ਾਰ ਦਿੱਤੇ, ਅਸੀਂ ਤਾਂ ਵਿਚਾਰਾਂ ਫੁਰਨਿਆਂ ਦੇ ਵਿੱਚ ਹੀ ਰਹੇ, ਅੱਜ ਤੱਕ ਪਤਾ ਹੀ ਨਹੀਂ ਸੀ ਲੱਗਾ ਵੀ ਇਹਦੇ ਅੰਦਰ ਕੀਰਤਨ ਵੀ ਹੋ ਰਿਹਾ। ਕਿਉਂ? ਕਿਉਂਕਿ ਅਸੀਂ ਸ਼ਬਦ ਦੁਆਰਾ ਇਸ ਸਰੀਰ ਦੀ ਖੋਜ ਨਹੀਂ ਸੀ ਕੀਤੀ। ਪਰਮਾਤਮਾ ਨੂੰ ਭਾਲਣਾ ਤਾਂ ਚਾਹੁੰਦੇ ਸੀ, ਭਗਤੀ ਤਾਂ ਕਰਨੀ ਚਾਹੁੰਦੇ ਸੀ, ਪਰ ਸੰਸਾਰ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਪੱਥਰ ਨੂੰ ਪੂਜਣ ਲੱਗ ਜਾਂਦੇ, ਕਿਸੇ ਮੜੀ ਨੂੰ ਪੂਜਣ ਲੱਗ ਜਾਂਦੇ, ਕਿਸੇ ਰੁੱਖ ਬਿਰਖ ਨੂੰ ਪੂਜਣ ਲੱਗ ਜਾਂਦੇ। ਅੰਦਰ ਸ਼ਬਦ ਗੁਰੂ ਦਾ ਭੇਤ ਹੀ ਨਹੀਂ ਸੀ, ਅੰਦਰੋਂ ਮਨ ਖਾਲੀ ਸੀਗਾ। ਪਰ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਏ, ਗੁਰੂ ਨਾਨਕ ਦੇ ਰਸਤੇ ਦੇ ਉੱਪਰ ਚੱਲੇ, ਤੇ ਉਹ ਸਾਰੀਆਂ ਅਵਸਥਾਵਾਂ ਦੇ ਵਿੱਚੋਂ, ਆਕਾਰ ਦੀ ਪੂਜਾ ਦੇ ਵਿੱਚੋਂ, ਸੰਸਾਰ ਦੀ ਪੂਜਾ 'ਚੋਂ ਰਹਿਤ ਕਰਕੇ ਸਾਨੂੰ ਨਿਰਾਕਾਰ ਦੀ ਪੂਜਾ ਦੇ ਵਿੱਚ ਲੈ ਗਏ। ਉਹ ਕਹਿੰਦੇ ਆ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ। ਹੁਣ ਉਹ ਕਿਹੜਾ ਸ਼ਬਦ ਹੈ? ਮਹਾਰਾਜ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਨਾਦ ਵੱਜ ਰਿਹਾ, ਉਹ ਇੱਕ ਸ਼ਬਦ ਵੱਜ ਰਿਹਾ ਸਾਡੇ ਅੰਦਰ, ਜਿਸ ਨੂੰ ਓਂਕਾਰ ਕਿਹਾ ਗਿਆ, ਜਿਸ ਨੂੰ ਬ੍ਰਹਮਾ ਸ਼ਬਦ ਕਿਹਾ ਗਿਆ, ਜਿਸ ਨੂੰ ਬ੍ਰਹਮ ਉਤਪਤ ਕਿਹਾ ਗਿਆ, ਜਿਸ ਨੂੰ ਜੇਤਾ ਕੀਤਾ ਤੇਤਾ ਨਾਉ ਕਿਹਾ ਗਿਆ, ਜਿਸ ਨੂੰ ਮੂਲ ਸ਼ਬਦ ਕਿਹਾ ਗਿਆ। ਜਦੋਂ ਜੀਵ ਸ਼ਬਦ ਦਾ ਅਭਿਆਸ ਕਰਦੇ ਅੰਤਰਗਤ ਆਪ ਦੇ ਉਸ ਮੂਲ ਸ਼ਬਦ ਤੱਕ ਪਹੁੰਚ ਗਿਆ, ਅਨਹਦ ਬਾਣੀ ਦੇ ਕੀਰਤਨ ਤੱਕ ਪਹੁੰਚ ਗਿਆ, ਤੇ ਸਮਝੋ ਉਹ ਜੀਵ ਫਿਰ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਆਪ ਦੇ ਸਰੀਰ ਦੇ ਵਿੱਚ ਹੀ ਉਹ ਨਾਮ ਦੇ ਵਿੱਚ ਸਮਾ ਗਿਆ, ਨਾਮ ਦੀ ਖੋਜ ਕੀਤੀ, ਨਾਮ ਦਾ ਪਦਾਰਥ ਮਿਲਿਆ। ਆਪ ਦੇ ਸਰੀਰ ਦੇ ਵਿੱਚ ਹੀ ਅਵਿਨਾਸੀ ਪੁਰਖ ਦੀ ਖੋਜ ਕਰ ਲਈ। ਉਹ ਜੀਵ ਜਨਮ ਮਰਨ ਤੋਂ ਰਹਿਤ ਹੋ ਗਿਆ, ਸੰਸਾਰ ਦੇ ਵਿੱਚ ਆਇਆ ਜਾਮਾ ਸਫਲ ਹੋ ਗਿਆ। ਕਿਉਂਕਿ ਹੋਰ ਕਿਸੇ ਪਸ਼ੂ ਦੀ, ਪੰਛੀ ਦੀ, ਰੁੱਖ ਬਿਰਖ ਦੀ, ਪਤਾਲ ਦੇ ਜੀਆਂ ਦੀ ਜੂਨ ਦੇ ਵਿੱਚ ਨਹੀਂ ਇਹ ਸਭ ਹੋ ਸਕਦਾ। ਇਹ ਸਾਰਾ ਮਾਨਸ ਜਾਮੇ 'ਚ ਹੋ ਸਕਦਾ। ਪਰ ਅਸੀਂ ਕਰਮ ਦੇ ਨਾਲ ਹੀ ਇੰਨੇ ਬੰਦੇ ਜਾ ਚੁੱਕੇ ਹਾਂ, ਕਿਰਤ ਨੂੰ ਇੰਨਾ ਦ੍ਰਿੜ ਕਰ ਲਿਆ, ਪੰਜੇ ਦੂਤ ਸਾਨੂੰ ਵਿਚਾਰ ਇੰਨੇ ਦੇ ਰਹੇ ਆ, ਪਰਿਵਾਰ ਨੂੰ ਇੰਨਾ ਦ੍ਰਿੜ ਕਰ ਲਿਆ, ਖੇਤੀ ਨੂੰ, ਦਿਹਾੜੀ ਨੂੰ, ਬਿਜ਼ਨਸ ਨੂੰ ਇੰਨਾ ਦ੍ਰਿੜ ਕਰ ਲਿਆ ਵੀ ਅੰਦਰ ਦੀ ਖੋਜ ਦਾ ਅਸੀਂ ਸਮਾਂ ਹੀ ਨਹੀਂ ਬਣਾਉਂਦੇ। ਜੋ ਗੁਰੂ ਸਾਨੂੰ ਕਹਿ ਰਹੇ ਆ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾਇ ਹੀ ਲਾਹੋ, ਉਸ ਹੁਕਮ ਤੇ ਅਸੀਂ ਆਉਂਦੇ ਹੀ ਨਹੀਂ। ਮਹਾਰਾਜ ਸਾਨੂੰ ਕਹਿੰਦੇ ਆ ਵੀ ਇਹ 400 ਸਾਲਾਂ ਦਾ ਖਜ਼ਾਨਾ ਗੁਰਬਾਣੀ ਇਸੇ ਕਰਕੇ ਲਿਖੀ ਸੀ ਵੀ ਸਰੀਰ ਦੀ ਖੋਜ ਹੋ ਜਾਵੇ, ਪਰ ਅਸੀਂ ਇਸ ਤੋਂ ਉਲਟ ਇਹਨਾਂ ਦੇ ਅੱਗੇ ਨੇਤਰ ਬੰਦ ਕਰ ਲੈਂਦੇ ਆ। ਇਹ ਨਹੀਂ ਵੀ ਨੇਤਰ ਖੋਲ੍ਹ ਕੇ ਦਰਸ਼ਨ ਕਰੀਏ, ਮਹਾਰਾਜ ਦੇ ਸਰੂਪ ਦੇ ਵਿੱਚ ਦੇਖੀਏ ਕਿ ਕੀ ਲਿਖਿਆ।
ਇੱਕ ਤਾਂ ਨੇਤਰ ਬੰਦ ਕਰ ਲੈਂਦੇ ਆ, ਇੱਕ ਮੰਗਾਂ ਵੀ ਦੁਨਿਆਵੀ ਮੰਗੀ ਜਾਂਦੇ ਆ। ਅੱਖਾਂ ਬੰਦ ਕਰ ਲਈਆਂ, ਦੁਨਿਆਵੀ ਮੰਗਾਂ ਮੰਗੀ ਜਾ ਰਹੇ ਆ, ਮੰਗੀ ਜਾ ਰਹੇ ਆ, ਮੰਗੀ ਜਾ ਰਹੇ। ਤੇ ਮਹਾਰਾਜ ਕਹਿੰਦੇ ਆ ਇਹ ਤਾਂ ਤੁਸੀਂ ਫਿਰ ਬਗਲਾ ਸਮਾਧ ਲਾ ਲਈ। ਠੱਗ ਦ੍ਰਿਸ਼ਟ ਬਗਾ ਲਿਵ ਲਾਗਾ। ਬਗਲਾ ਵਿਖਣ ਦੇ ਵਿੱਚ ਤਾਂ ਹੰਸ ਜੈਸਾ ਹੀ ਹੈ, ਪਰ ਉਹ ਨੇਤਰ ਬੰਦ ਕਰਕੇ ਇੱਕ ਲੱਤ ਤੇ ਖੜ ਜਾਂਦਾ ਹੈ ਤਾਂ ਕਿ ਡੱਡੀਆਂ ਮੱਛੀਆਂ ਨੂੰ ਲੱਗੇ ਵੀ ਇਹ ਹੰਸ ਖੜਾ ਹੈ, ਕਿਉਂਕਿ ਹੰਸ ਦਾ ਖਾਣਾ ਡੱਡੀ ਮੱਛੀ ਨਹੀਂ, ਹੰਸ ਹੀਰੇ ਮੋਤੀ ਚੁਗਦਾ ਹੈ। ਨਾਲ ਹੀ ਨਾਲ ਇੱਕ ਅੱਖ ਖੋਲ੍ਹ ਕੇ ਦੇਖਦਾ ਰਹਿੰਦਾ ਵੀ ਜਦੋਂ ਕਦੋਂ ਕੋਈ ਡੱਡੀ ਮੱਛੀ ਮੇਰੇ ਕੋਲ ਆਵੇ ਮੈਂ ਉਸ ਨੂੰ ਖਾਵਾਂ। ਤੇ ਮਹਾਰਾਜ ਕਹਿੰਦੇ ਤੁਸੀਂ ਵੀ ਬਗਲੇ ਹੋ ਗਏ। ਸ਼ਰਨ ਆਇਓ ਸਤਿਗੁਰ ਦੀ, ਜਿੱਥੋਂ ਨਾਮ ਪਦਾਰਥ ਮਿਲਣਾ ਹੈ, ਜਿੱਥੋਂ ਅੰਮ੍ਰਿਤ ਰਸ ਦਾ ਖਜ਼ਾਨਾ ਮਿਲਣਾ ਹੈ, ਜਿਸ ਨੂੰ ਸੁਰ ਨਰ ਮੁਨ ਜਨ ਖੋਜ ਖੋਜ ਕੇ ਇਸ ਸੰਸਾਰ 'ਚੋਂ ਚਲੇ ਗਏ, ਉਹ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੈ। ਸਾਨੂੰ ਸਾਡੇ ਸਰੀਰ ਦੇ ਵਿੱਚੋਂ ਦਵਾ ਰਹੇ ਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਉਹ ਅੰਮ੍ਰਿਤ ਕਿੱਥੇ ਹੈ ਜੀ? ਅੰਤਰ ਖੂੰਟਾ ਅੰਮ੍ਰਿਤ ਭਰਿਆ, ਸਬਦੇ ਕਾੜ ਪੀਏ ਪਨਿਹਾਰੀ। ਜਿਵੇਂ ਜਿਵੇਂ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਤਾਂ ਅਭਿਆਸੀ ਜੀਵ ਇਸ ਅਵਸਥਾ ਦਾ ਆਨੰਦ ਮਾਣਦੇ ਆ। ਉਹ ਦੇਖਦੇ ਆ ਵੀ ਨਾ ਮੁੱਖ ਦੇ ਵਿੱਚ ਕੋਈ ਮਿਸ਼ਰੀ, ਨਾ ਖੰਡ, ਨਾ ਪਤਾਸਾ। ਸਿਮਰਨ ਕਰਦਿਆਂ ਕਰਦਿਆਂ ਹੀ ਮੁੱਖ ਦੇ ਵਿੱਚ ਮਿਠਾਸ ਆਈ ਜਾਂਦੀ ਹੈ। ਉਹ ਹੈ ਸ਼ਬਦ ਦਾ ਅੰਮ੍ਰਿਤ। ਜਿਵੇਂ ਜਿਵੇਂ ਅਸੀਂ ਸ਼ਬਦ ਦਾ ਜਾਪ ਕਰਦੇ ਹਾਂ, ਇਸ ਸਰੀਰ ਦੇ ਵਿੱਚ ਅੰਮ੍ਰਿਤ ਦੇ ਖੂਹ ਦੇ ਵਿੱਚੋਂ ਉਹ ਅੰਮ੍ਰਿਤ ਦੀ ਖੁਰਾਕ ਦਾਤ ਮਿਲੀ ਜਾਂਦੀ ਹੈ ਸਾਨੂੰ। ਉਹ ਪਰਾ ਬਾਣੀ ਦੀ ਅਵਸਥਾ ਦੇ ਵਿੱਚ ਜਾ ਕੇ ਅੰਮ੍ਰਿਤ ਪ੍ਰਾਪਤ ਹੁੰਦਾ, ਜਿਸ ਨੂੰ ਗੁਰਬਾਣੀ ਵਿੱਚ ਹਰ ਰਸ ਅੰਮ੍ਰਿਤ ਰਸ ਕਿਹਾ। ਪਰ ਸਾਡੇ ਸਰੀਰ ਦੇ ਵਿੱਚ ਵਸਣ ਵਾਲੇ ਇਹ ਸਾਡੇ ਦੁਸ਼ਮਣ, ਇਹ ਪੰਜੇ ਦੂਤ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਦੇਹੀ ਅੰਤਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਇਹਨਾਂ ਨੇ ਸਾਨੂੰ ਵਿਚਾਰਾਂ ਵਿੱਚ ਐਸਾ ਪਾਇਆ ਹੋਇਆ, ਸਾਰੀ ਦਿਹਾੜੀ ਸਾਨੂੰ ਫੁਰਨੇ ਦਿੰਦੇ ਆ। ਨਾਮ ਸਿਮਰਨ ਕਰਨ ਲੱਗਦੇ ਆ ਉਦੋਂ ਵਿਚਾਰ ਦਿੰਦੇ ਆ, ਬਾਣੀ ਪੜ੍ਹਨ ਲੱਗਦੇ ਆ ਉਦੋਂ ਵਿਚਾਰ ਦਿੰਦੇ ਆ, ਕਰਮ ਕਰਨ ਲੱਗਦੇ ਆ ਉਦੋਂ ਵਿਚਾਰ ਦਿੱਤੀ ਜਾਂਦੇ ਆ। ਸਾਡੇ ਮਨ ਨੂੰ ਟਿਕ ਕੇ ਨਹੀਂ ਬੈਠਣ ਦਿੰਦੇ ਤੇ ਸਾਨੂੰ ਠੱਗਦੇ ਪਏ ਆ। ਇਹ ਪੰਜੇ ਦੂਤ ਸਾਨੂੰ ਠੱਗਦਿਆਂ ਸਾਡਾ ਸਾਰਾ ਮਾਨਸ ਜਨਮ ਖਾ ਜਾਂਦੇ ਆ, ਸਾਡਾ ਅੰਮ੍ਰਿਤ ਲੁੱਟ ਲੈਂਦੇ ਆ। ਤੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗਵਾਰਾ। ਕਿਉਂਕਿ ਗੁਰੂ ਵਾਲੇ ਨਹੀਂ ਬਣੇ। ਗੁਰੂ ਤਾਂ ਸਾਨੂੰ ਸ਼ਬਦ ਦਾ ਤਾਕਤ ਦੇ ਕੇ, ਸ਼ਬਦ ਦਾ ਤੋਸਾ ਦੇ ਕੇ ਇਹਨਾਂ ਦੇ ਜਾਲ ਵਿੱਚੋਂ ਕੱਢ ਸਕਦਾ ਸੀ, ਪਰ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਹੀ ਨਹੀਂ ਗਏ ਤੇ ਸਾਨੂੰ ਬਚਾਏ ਕੌਣ? ਬਾਜ ਗੁਰੂ ਡੁੱਬਾ ਸੰਸਾਰਾ। ਸਾਡਾ ਅੱਜ ਦਾ ਇਹ ਕਥਾ ਕਰਨ ਦਾ ਮਨੋਰਥ ਇਹੀ ਹੈ ਵੀ ਆਪਾਂ ਸ਼ਬਦ ਦਾ ਅਭਿਆਸ ਕਰਕੇ ਆਪ ਦੇ ਦੇਹੀ ਦੀ ਖੋਜ ਸ਼ੁਰੂ ਕਰੀਏ। ਸਾਡੀ ਇਸ ਦੇਹੀ ਦੇ ਵਿੱਚ ਅਨਹਦ ਬਾਣੀ ਦੇ ਰਤਨ ਰੱਖੇ ਹੋਏ ਨੇ, ਪ੍ਰਕਾਸ਼ ਰੂਪੀ ਮਾਲਕ ਆਸਨ ਲਾ ਕੇ ਬੈਠੇ ਆ। ਆਪਾਂ ਭਗਤੀ ਵੀ ਕਰ ਰਹੇ ਹਾਂ, ਤੀਰਥਾਂ ਤੇ ਵੀ ਆ ਰਹੇ ਹਾਂ, ਗੁਰਦੁਆਰੇ ਮੰਦਿਰ ਮਸਜਿਦਾਂ ਵਿੱਚ ਵੀ ਜਾਂਦੇ ਹਾਂ, ਪਰ ਅੰਦਰ ਦੀ ਖੋਜ ਨਹੀਂ ਕਰਦੇ। ਜਿੰਨੀ ਦੇਰ ਤੱਕ ਅੰਦਰੋਂ ਆਪ ਦੇ ਖਜ਼ਾਨੇ ਨੂੰ ਨਹੀਂ ਲੱਭਦੇ, ਸਭ ਨਿਹਫਲ ਹੈ। ਇਹੀ ਖਜ਼ਾਨੇ ਦੀ ਖੋਜ ਕਰਕੇ ਪੁਰਾਤਨ ਦੇ ਵਿੱਚ ਗੁਰਸਿੱਖਾਂ ਨੇ ਇੱਕ ਧਰਤੀ ਨਹੀਂ, 9 ਧਰਤੀਆਂ ਨਹੀਂ, ਖੰਡਾ ਬ੍ਰਹਿਮੰਡਾਂ ਦੀ ਸੈਰ ਕੀਤੀ ਹੈ। ਆਪਾਂ ਦੇਖਦੇ ਹਾਂ 500 ਸਾਲ ਪਹਿਲੋਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਸੁਰਤ ਦਾ ਮੇਲ ਕਰਾ ਕੇ ਕਿੰਨੇ ਖੰਡਾ ਬ੍ਰਹਿਮੰਡਾਂ ਬਾਰੇ ਸਾਨੂੰ ਜਾਣਕਾਰੀ ਦੇ ਦਿੱਤੀ। ਲੱਖ ਆਕਾਸ਼ਾਂ ਆਕਾਸ਼, ਪਤਾਲਾਂ ਪਤਾਲ, ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ। ਭਾਈ ਗੁਰਦਾਸ ਜੀ ਤਾਂ ਇੱਥੋਂ ਤੱਕ ਕਹਿੰਦੇ ਆ ਵੀ ਗੁਰੂ ਨਾਨਕ ਦੇਵ ਨੇ ਸਿਰਫ ਸੰਸਾਰ ਦੇ ਵਿੱਚ ਹੀ ਪ੍ਰਚਾਰ ਨਹੀਂ ਕੀਤਾ, ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਰਹੇ, ਬਾਬੇ ਤਾਰੇ ਚਾਰੇ ਚੱਕ, 9 ਖੰਡ ਪ੍ਰਿਥਵੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। 9 ਖੰਡ ਪ੍ਰਿਥਵੀ ਤੱਕ ਜਾ ਕੇ ਵੀ ਉਹਨਾਂ ਨੇ ਪ੍ਰਚਾਰ ਕੀਤਾ ਹੈ ਸੂਖਮ ਰੂਪ ਦੇ ਵਿੱਚ, ਕਿਉਂਕਿ ਸ਼ਬਦ ਸੁਰਤੀ ਦਾ ਮਿਲਾਪ ਕਰਕੇ 1 ਨਹੀਂ 2 ਨਹੀਂ 9 ਨਹੀਂ, ਕਈ ਸੌ ਖੰਡਾਂ ਤੱਕ ਗੁਰਮੁਖ ਵਿਚਰਦੇ ਸੀ। ਜਿਹੜੇ ਸ਼ਬਦ ਦੇ ਵਿੱਚ ਸਮਾਏ ਹੋਏ ਗੁਰਮੁਖ ਸੀ, ਉਹੀ ਆਪਦੇ ਮਨ ਅਤੇ ਤਨ ਨੂੰ ਵੱਖਰਾ ਕਰਕੇ ਸੀਸ ਤਲੀ ਤੇ ਰੱਖਣਾ ਜਾਣਦੇ ਸੀ। ਉਹਨਾਂ ਦੇ ਕੋਲ ਕਲਾ ਸੀ, ਕਿਉਂਕਿ ਇਸ ਸਰੀਰ ਦਾ ਧੜ ਕਿਰਪਾਨ ਦੇ ਨਾਲ ਵੱਖਰਾ ਕੀਤਾ ਜਾ ਸਕਦਾ ਹੈ। ਮਨ ਇੱਕ ਪ੍ਰਕਾਸ਼ ਰੂਪੀ ਜੋਤ ਹੈ, ਉਸ ਦੇ ਉੱਪਰ ਦ੍ਰਿਸ਼ਟਮਾਨ ਦਾ ਕੋਈ ਵੀ ਹਥਿਆਰ ਵਾਰ ਨਹੀਂ ਕਰਦਾ।
ਹੁਣ जो काल दी कूड़ दीयां फौजां सी उन्हां ने बाबा दीप सिंह जी दा सीस धड़ तो अलग कर दिता, पर उन्हां ने सूखम मन दा जोत स्वरूपी मन दा भेत लिया होया सी, शब्द सुरत दा मिलाप कीता होया सी। जदों उन्हां दा सीस धड़ तो अलग कीता, अगम दे विच आवाज़ होई, हजे शरीर छड्ड के वापस दरगाह दे विच नहीं आउणा, युद्ध जारी रखिया जावे। हुण जिहड़ा मन सारी उम्र इस शरीर नूं लैके तुर सकदा है, किन्ने भार दा किन्ने वजन दा शरीर लैके तुरिया फिरदा है, सौंदा है, हसदा खेडदा है, जदों हुक्म हो गया उसे मन ने एक हत्थ नाल खंडा चक लिया, एक हत्थ ते सीस चक लिया और युद्ध करन लगे। जिन्हां ने शब्द सुरती दा मिलाप सच दे नाल कीता सी, उन्हां ने बंद बंद कटवाया, चरखड़ियां ते चढ़ गए। वो गुरमुख एक एक गुरमुख सवा सवा लख नाल लड़िया, 40 ਸਿੰਘਾਂ ने ਲੱਖਾਂ ਦੀਆਂ फौजां नूं खदेड़ दिता, क्योंकि शब्द की कमाई करके अंदरों अनहद खजाने की प्राप्ति कर लई सी। इस देही दे विच 10वें घर दे विच वास कर लिया सी। जिवें गुरमुख कीर्तन कर रहे सी, थिर घर बैसो हरजन प्यारे, सतगुर तुमरे काज सवारे, थिर घर दे विच वास कर लिया सी। हुण असी अज उस कला तो वांझे हो गए। बाहरी तौर पर तो असी वस्त्र धारण कर लैने आ, नेम सुच संजम भी करते हैं, पर जिहड़ा अंदरला खजाना है थिर घर दा, 10वें घर दा, अनहद बाणी दा, नाद दा, जिन्हों महाराज कहते हैं मत विच रतन जवाहर माणक जे गुर की एक सिख सुनी, वो नहीं प्रगट होया। इसे करके साडे विच धड़े बन रहे आ, साडे विच दुबधा आ रही आ, साडे विच दिन प्रति दिन कमी आउंदी जा रही है, कमजोरी आउंदी जा रही है, क्योंकि शब्द की कमाई खत्म हो गई। बाहरों वेशभूषा ते जोर है, बाहर संसारी कहानियां दे उपर जोर है, आप दी मत के मुताबिक कोई किवें इतिहास सुना दिंदा, कोई किवें कहानी सुना दिंदा, कोई चमत्कारी कहानी, कोई इतिहास की कहानी, कोई आप दी मर्यादा, कोई किवें, पर अंदरला जिंदे करके जो सारिਆਂ ਦੇ ਵਿੱਚ एक ही जोत है, एक ही शब्द चल रहा है, एक ही अमृत रस है, जो गुरु नानक देव ने प्रगट किया सी चारे वर्णां दे विच आके, ते चारे वर्ण उस एक शब्द की गल सुन के, एक रस की गल सुन के, एक जोत की गल सुन के एक हो गए सी। अज वो कहानी खत्म हो गई, बाहरी तौर पर ज्ञान ज़्यादा चल पिया, इसे करके साडे विच धड़े बन गए। जिन्नी देर तक शब्द की कमाई नहीं हुंदी, गुरमंत्र का अभ्यास हो के अंदरों आत्मक जोत के नाल संपर्क नहीं किया जाता, अनहद बाणी का खजाना प्राप्त नहीं किया जाता, अमृत रस का खजाना नहीं प्राप्त किया जाता, इन्हां पंजां दूतां दे नाल युद्ध करके सतगुर दे नाल असीं अभेद नहीं हुंदे, उन्नी देर तक ये खेल दोबारा नहीं जित्तिया जा सकता। खालसा प्रगट ही उदों हुंदा है, प्रगट्यो खालसा परमात्म की मौज, जदों वो परमात्मा के सन्मुख हो जाता है, नाद के सन्मुख हो जाता है, पंजां दूतां दे इन्हां विचारां नूं जित जाता है। तो जिन्नी देर तक खालसा विपरन की रीत दे विच चलदा है, पंजां दूतां की रीत दे विच चलदा है, उन्नी देर तक परमेश्वर इस दे उपर विश्वास नहीं करते। सो आपां भी शब्द की कमाई करिए, गुरबाणी गुरु नूं सहज पाठ नूं विचारिए, 1430 अंगां दे विच देखिए भी महाराज ने किस तरह सानूं सूखम सूखम जुगतियां दसियां होईयां ने। नितनेम साहिब की बाणी दे विच विचारिए भी किवें साडे अंदर महाराज वो अनहद बाणी दे वाजे वजा रहे आ, जिन्हों महाराज कहते हैं अनहत बाणी गुर शब्द जानी, हर नाम हर रस भोगो, कह नानक प्रभ आप मिलिया करन करन जोगो। वाजे पंच शब्द तित घर सुभागे, घर सुभागे शब्द वाजे, कला जित कर तारियां। साडे अंदर 5 शब्द वाजदे ते महाराज कहंदे आ आनंद सुनो वड भागीओ। आनंद नूं सुनो जी, आनंद नूं सुन के आप दे अंदर रस नूं प्रगट करो, आनंद नूं सुन के उस मालिक दे सन्मुख हो जाओ, तो तुहाडा इस संसार दे विच आवागौण खत्म हो जाएगा। सो आओ फिर 2-3 मिनट आपां फिर गुरमंत्र का अभ्यास करके उपरंत समाप्ति आनंद साहिब जी का जाप होएगा, अरदास होएगी।
आओ जिवें आपां पहलों 2 मिनट अभ्यास किया उस तरीके आपां जिस शब्द की वडियाई सुन रहे हैं नाल नाल गुरमंत्र का जाप भी करी जाना है। जिन्ना सास गिरास ना विसरै हर नामा मन मंत धन सिसई नानका पूर्ण सोई संत। आओ नेत्र बंद करके वाहिगुरू का जाप करिए, यही सानू गुरबाणी का हुक्म है। वाहिगुरू 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 वाहिगुरू। नेत्र बंद करके सारिਆਂ ने करना। लोक लज्जा संग शर्म तो ऊपर उठ के बोलो, क्योंकि गुरु की हजूरी में बैठे हैं, यही करना है। गुरु वाहिगुरू 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 वाहिगुरू। गुरु वाहिगुरू 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 वाहिगुरू। वाहिगुरू जी का खालसा वाहिगुरू जी की फतेह। सो इस तरीके आप नाम शब्द का अभ्यास करते हुए सच दे नाल जुड़ के जिन्नी बार आप वाहिगुरू का अभ्यास करांगे सानू एक सवास आउंदा है। 1 घंटे दे विच सानू 1000 सवास आउंदे है तकरीबन। एक पूरे दिन ते रात विच 24,000 सवास आउंदे है। तो जिवें असी एक सवास दे नाल बोलिया वाहिगुरू, ये साडा सवास जमा हो गया। फिर दूजी बार बोलिया वाहिगुरू, दूजा सवास जमा हो गया। इस तरह एक एक सवास करके वार वार सिमरन करके दम दम सदा संभालदा दम ना बिरथा जाए। असी वार वार आपदे अभ्यास करके सवास जमा कराउणे आ। जिन्ने सवास आप जमा करवावांगे उन्नी सतगुर ने किरपा करनी है साडे ते। और जिन्ना सवास शब्द तो बिना आप विचार लवांगे, संसारी गल्लां बातां करांगे, वो साडे खर्च मन्ने जाने। सो यही आप लाहा लैना है। आप दे अंदर दी खोज करनी है। जो ब्रह्मंडे सोई पिंडे, जो खोजै सो पावै। सो आप जी दे नाल इन्नियां विचारां करदे आ, गुरबाणी गुरु नूं उचारण करदे कोखर वाधा घाटा हो जाता है। संगत ते गुरु बख्शण योग ने बख्श देना जी। वाहिगुरू जी का खालसा वाहिगुरू जी की फतेह। राम कली